ਬਾਅਦ ਪ੍ਰਕਰਮਾਂ ਦੇ ਵਿੱਚੋਂ ਜਿਨ੍ਹਾਂ ਨੂੰ ਫੜ ਲਿਆ ਜਾਂਦਾ ਆ, ਕੀ ਹੁੰਦਾ ਆ, ਸ਼ਹੀਦੀ ਕਿਵੇਂ ਪਾਈ ਜਾਂਦੀ ਹੈ, ਤੇ ਜੇ ਅਸੀਂ ਜਨਰਲ ਹੋਣਾ ਦੀ ਗੱਲ ਕਰੀਏ ਜਾਂ ਫਿਰ ਸੰਤ ਹੋਣਾ ਦੀ ਲਾਸ਼ ਦੀ ਗੱਲ ਕਰੀਏ, ਨਾਲ ਉਹ ਫਿਰ 30 ਤੋਂ 35 ਬੰਦੇ ਫਿਰ ਉੱਥੇ ਮਾਰ ਦਿੰਦੇ ਆ ਕੈਂਪਾਂ ਦੇ ਵਿੱਚ। कभी बूट मार देंगे, कोई बट मार देंगे सी, ये भिंडरी वाला के आदमी है, ये भिंडरी वाला के आदमी है। ਅਸੀਂ ਚੈलेंज ਸੈਂਟਰ ਸਰਕਾਰ ਨੂੰ ਕਰ ਰਹੇ ਹਾਂ ਤੇ ਜਿਹੜੇ ਸਾਡੇ ਨਾਲ ਦੇ ਬੰਦੇ ਸੀ ਉਹ ਸਾਨੂੰ ਪਿੱਛੋਂ ਦੀ ਮਾਰਨਾ ਚਾਹੁੰਦੇ ਸੀ, ਨਾਲ ਰਲੇ ਹੋਏ ਸੀ। ਜਿੰਨਾ ਚਿਰ ਅਕਾਲੀ ਇੱਥੋਂ ਹਰੀ ਝੰਡੀ ਨਾ ਦਿੰਦੇ ਦਰਬਾਰ ਸਾਹਿਬ ਦੇ ਵਿੱਚੋਂ, ਉਹਨਾਂ ਚਿਰ ਇੰਦਰਾ ਗਾਂਧੀ ਦੀ ਜਾਂ ਕਾਂਗਰਸ ਸਰਕਾਰ ਦੀ ਜ਼ਰੂਰਤ ਨਹੀਂ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ। ਬਲੂ ਸਟਾਰ ਨੂੰ 37 ਸਾਲ ਹੋ ਗਏ। ਬਹੁਤ ਸਾਰੀਆਂ ਮਾਵਾਂ ਅਜੇ ਵੀ ਬਿਲਕਦੀਆਂ ਨੇ ਕਿਉਂਕਿ ਉਹਨਾਂ ਦੇ ਛੋਟੇ ਜਵਾਕ ਉੱਥੇ ਸ਼ਹੀਦੀ ਪਾ ਜਾਂਦੇ ਨੇ। ਜੋ ਕਹਿ ਲਓ ਕਿ ਮਿਲਟਰੀ ਨੇ ਉਹਨਾਂ ਦੇ ਨਾਲ ਕੀਤਾ, ਸ਼ਾਇਦ ਉਹਨਾਂ ਦੀਆਂ ਅੱਖਾਂ ਅੱਗੇ ਅਜੇ ਵੀ ਘੁੰਮਦਾ ਹੈ। ਕਈ ਵਾਰ ਲੱਗਦਾ ਹੈ ਕਿ ਇੰਨੇ ਸਾਲ ਬਾਅਦ ਵੀ ਨਿਆਂ ਨਹੀਂ ਮਿਲਿਆ ਹੈ। ਅੱਜ ਮੈਂ ਜਿੱਥੇ ਬੈਠਾ ਹਾਂ ਉਹਨਾਂ ਨੇ ਵੀ ਇਹ ਬਲੂ ਸਟਾਰ ਆਪਰੇਸ਼ਨ ਆਪਣੇ ਪਿੰਡੇ ਤੇ ਹੰਡਾਇਆ। ਭਗਵਾਨ ਸਿੰਘ ਜੀ ਮੇਰੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ, ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਦਾ ਵੀ। ਜਦੋਂ ਅਸੀਂ ਬਲੂ ਸਟਾਰ ਦੀ ਗੱਲ ਕਰਦੇ ਹਾਂ ਭਗਵਾਨ ਜੀ, ਸ਼ਹੀਦੀ ਹੁੰਦੀ ਹੈ ਜਰਨੈਲ ਪਿੰਡਰ ਵਾਲਿਆਂ ਦੀ, ਨਾਲ ਅਮਰੀਕ ਸੋਹ ਹੋਣਾ ਦੀ ਅਤੇ ਜਨਰਲ ਸੁਬੇਗ ਹੋਣਾ ਦੀ। ਸ਼ਹੀਦੀ ਤੋਂ ਬਾਅਦ ਜਿਹੜੇ ਉੱਥੇ ਪ੍ਰਕਰਮਾਂ ਦੇ ਵਿੱਚ ਕਹਿੰਦੇ ਕਿ ਫੜੇ ਜਾਂਦੇ ਨੇ, ਪ੍ਰਕਰਮਾਂ ਦੇ ਵਿੱਚੋਂ ਜਿਨ੍ਹਾਂ ਨੂੰ ਫੜ ਲਿਆ ਜਾਂਦਾ ਆ, ਕੀ ਹੁੰਦਾ ਆ, ਸ਼ਹੀਦੀ ਕਿਵੇਂ ਪਾਈ ਜਾਂਦੀ ਹੈ, ਅਤੇ ਜੇ ਅਸੀਂ ਜਨਰਲ ਹੋਣਾ ਦੀ ਗੱਲ ਕਰੀਏ ਜਾਂ ਫਿਰ ਸੰਤ ਹੋਣਾ ਦੀ ਲਾਸ਼ ਦੀ ਗੱਲ ਕਰੀਏ ਤਾਂ ਕਿਵੇਂ ਲੈ ਕੇ ਜਾਂਦੇ ਨੇ? ਵੇਖੋ, ਅਸੀਂ ਇਹ ਲੜਾਈ ਸਾਰੀ ਹੋ ਚੁੱਕੀ ਹੈ ਬੜੇ ਚੈਨਲਾਂ 'ਤੇ, ਅੱਗੇ ਵੀ ਆਪਾਂ ਦੱਸ ਚੁੱਕੇ। 35 ਸਾਲ ਤੋਂ ਇਹੋ ਦੱਸਣ ਰਿਹਾ ਕਿ ਕਿਸ ਤਰ੍ਹਾਂ ਫੌਜ ਅੰਦਰ ਵੜੀ, ਕਿਸ ਤਰ੍ਹਾਂ ਮੁਕਾਬਲਾ ਕੀਤਾ, ਸਿੰਘ ਕਿੱਥੇ ਕਿੱਥੇ ਸ਼ਹੀਦ ਹੋਏ ਆ। ਸਾਡੇ ਵੀ ਅਸੀਂ ਹਜ਼ੂਰ ਸਾਹਿਬ ਤੋਂ 30 ਸਿੰਘ ਉੱਥੋਂ ਆਏ ਹਾਂ, 10 ਸਿੰਘ ਸਾਡੇ ਆਏ ਸੀ 1 ਤਰੀਕ ਨੂੰ ਤਰਨ ਤਾਰਨ ਨੂੰ, ਅਤੇ ਜਿਨ੍ਹਾਂ 40 ਚੋਂ 35 ਸਿੰਘ ਅੰਦਰ ਸ਼ਹੀਦ ਹੋ ਜਾਂਦੇ ਆ। ਕਿਉਂਕਿ ਮੋਰਚੇ ਬਣਾਉਣ ਦੀ ਜ਼ਿੰਮੇਵਾਰੀ ਜਨਰਲ ਸੁਬੇਗ ਸਿੰਘ ਦੇ ਨਾਲ ਸਾਡੇ ਸਿੰਘਾਂ ਦੀ ਮਤਲਬ ਕਿ ਲਾਈ ਗਈ ਸੀ ਕਿ ਮੋਰਚੇ ਤੁਹਾਂ ਬਣਾਉਣੇ ਆ। ਅਤੇ ਇਹ ਜੋ ਅਸੀਂ 6 ਤਰੀਕ ਨੂੰ 4:30 ਵਜੇ ਗ੍ਰਿਫਤਾਰੀ ਦੇਣਾ ਮੈਂ ਪ੍ਰਕਰਮਾਂ ਦੇ ਵਿੱਚੋਂ। ਕਿਉਂਕਿ ਸਵੇਰੇ ਕੀ ਹੁੰਦਾ ਵਾ ਕਿ 6 ਤਰੀਕ ਨੂੰ 9 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਖਾਲਸਾ ਅਤੇ ਭਾਈ ਅਮਰੀਕ ਸਿੰਘ, ਉਹਨਾਂ ਦੇ ਨਾਲ ਕੁਛ ਸਿੰਘ 20-25 ਸਿੰਘ ਹੀ ਜਿਹੜੇ ਅਕਾਲ ਤਖਤ ਤੋਂ ਨਿਕਲਦੇ ਨੇ ਔਰ ਜਕਾਰਾ ਗਜਾਉਂਦੇ ਨੇ ਬੋਲੇ ਸੋ ਨਿਹਾਲ ਦਾ, ਅਤੇ ਉਹ ਸ਼ਹੀਦੀ ਪਾ ਜਾਂਦੇ ਨੇ। ਟੈਂਕ ਅੱਗੇ ਖਲੋਤਾ ਹੁੰਦਾ ਵਾ ਪ੍ਰਕਰਮਾਂ ਦੇ ਵਿੱਚ, ਜਾਂ ਉੱਤੇ LMGਆਂ ਲੱਗੀਆਂ ਹੁੰਦੀਆਂ, MMGਆਂ ਲੱਗੀਆਂ ਹੁੰਦੀਆਂ ਨੇ, ਉਹਨਾਂ ਦੀ ਬਹੁਤ ਜ਼ਿਆਦਾ ਫਾਇਰਿੰਗ ਹੁੰਦੀ ਹੈ ਅਤੇ ਉਹ ਸ਼ਹੀਦ ਹੋ ਜਾਂਦੇ ਆ। ਲੰਗਰ 'ਤੇ ਸਾਡੇ ਨਾਲ ਦੇ ਬੰਦੇ ਵੀ ਅਸੀਂ 30-40-50 ਬੰਦੇ ਲੰਗਰ 'ਤੇ ਸਾਂ, ਜਿਹੜਾ ਉੱਥੋਂ ਕੰਟਰੋਲ ਹੋ ਰਿਹਾ ਸੀ ਸਾਰਾ। ਭਾਈ ਦਲਬੀਰ ਸੋਹਣੀ ਹੈਗੇ ਸੀ, ਸਵਰਨ ਸੋਹਣੀ ਹੈਗੇ ਸੀ, ਸਾਡੇ ਜਥੇ ਦੇ ਬੰਦੇ ਸੀ, ਭਾਈ ਗੁਰਮੇਲ ਸਿੰਘ ਸੀ, ਭਲਵਾਨ ਸੀ, ਬਿੱਲੂ ਸੀ, ਮੈਂ ਹਾਂ, ਇਸ ਤਰ੍ਹਾਂ ਦੇ ਭਾਈ ਰਾਮ ਸਿੰਘ, ਬਹੁਤ ਬਥੇਰੇ ਸਿੰਘ ਸੀ। ਦੇ 2 ਬੁਰਜ ਅਤੇ ਆਪਣੇ ਜਿਹੜੀ ਹੈਗੀ ਸੀ ਲੰਗਰ ਦੀ ਬਿਲਡਿੰਗ ਜਿਹੜੀ ਆ, ਨਾਲ ਲੰਗਰ ਵਾਲੀ ਡਿਊਟੀ ਜਿਹੜੀ ਆ, ਇਹ 'ਤੇ ਜਦੋਂ ਅਸੀਂ ਗ੍ਰਿਫਤਾਰੀ ਮਤਲਬ ਕਿ ਦੇਣ ਤੋਂ ਪਹਿਲੋਂ ਜਦੋਂ ਸੰਤਾਂ ਨੂੰ ਸ਼ਹੀਦ ਹੁੰਦੇ ਵੇਖਿਆ ਜਾਂਦਾ ਵਾ, ਇੱਥੋਂ ਆਪਣੇ ਜਿਹੜਾ ਬੁੰਗਾ ਵਾ, ਰਾਮਗੜੀਆ ਬੁੰਗਾ, ਇੱਥੋਂ ਜਾ ਕੇ ਸਾਫ਼ ਦਿਖਦਾ ਵਾ ਅਕਾਲ ਤਖਤ। ਸੰਤ ਜਕਾਰਾ ਛੱਡ ਕੇ ਬਾਹਰ ਨਿਕਲਦੇ ਆ। ਫਿਰ ਇੱਥੋਂ ਸਿੰਘ ਜਿਹੜੇ ਹੁੰਦੇ ਆ ਉਹ ਜਕਾਰਾ ਛੱਡ ਕੇ ਅਤੇ ਅਰਦਾਸ ਕਰਕੇ ਅਤੇ ਇਹ ਪ੍ਰਕਰਮਾ ਛਾਲਾਂ ਮਾਰਦੇ ਆ। ਲੰਗਰ ਦੀ ਡਿਊਟੀ ਦੇ ਨਾਲ ਕੋਈ ਲੰਗਰ ਵਾਲੀਆਂ ਲੋਹਾਂ ਹੁੰਦੀਆਂ ਸੀ ਜਿਹੜੀਆਂ ਅਤੇ ਪ੍ਰਸ਼ਾਦੇ ਪਕਾਉਣ ਵਾਲੀਆਂ, ਉਹ ਤੋਂ ਅਸੀਂ ਛਾਲਾਂ ਮਾਰਦੇ ਹਾਂ। ਮੈਂ ਕੁਦਰਤੀ ਆ ਕਿ ਮੈਂ ਡਿੱਗ ਪੈਂਦਾ ਵਾ ਅਤੇ ਮੈਂ ਅੰਦਰ ਜਿਹੜਾ ਪੌਣਾ ਵਾ ਬੀਬੀਆਂ ਵਾਲਾ ਉੱਥੇ ਦੁੱਖ ਭੰਜਨੀ ਬੇਰੀ ਵਾਲਾ, ਉਹਦੇ ਅੰਦਰ ਵੜ ਜਾਣਾ ਲਾਗੇ ਹੀ। ਅਤੇ ਬਾਕੀ ਸਿੰਘ ਜਿਹੜੇ ਨਾਲ ਮੇਰੇ 15-20 ਸਿੰਘ ਉਹ ਉੱਥੇ ਸ਼ਹੀਦੀ ਪਾ ਜਾਂਦੇ ਆ ਸਾਰੇ। ਅਤੇ ਫਿਰ ਸਾਨੂੰ ਮਿਲਟਰੀ ਜਿਹੜੀ ਆ, ਮੈਂ ਅੰਦਰ ਹੀ ਰਹਿਣਾ। ਫਿਰ ਸ਼ਾਮੀ 4:30 ਵਜੇ ਜਦੋਂ ਮਿਲਟਰੀ ਅਨਾਊਂਸਮੈਂਟ ਕਰਦੀ ਆ ਕਿ ਤੁਸੀਂ ਜਿਹੜੇ ਬੰਦੇ ਵੀ ਹੈਗੇ ਜੇ ਇੱਥੇ, ਉਹ ਮਤਲਬ ਕਿ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦਿਓ, ਕਿਉਂਕਿ ਫੌਜ ਦਾ ਮੁਕੰਮਲ ਕਬਜ਼ਾ ਦਰਬਾਰ ਸਾਹਿਬ ਦੇ ਉੱਤੇ ਹੋ ਚੁੱਕਿਆ ਵਾ, ਅਤੇ ਅਸੀਂ ਤੁਹਾਡੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਕਰਾਂਗੇ। ਫਿਰ ਮੈਂ ਲੰਗਰ ਵਾਲੀ ਸਾਈਡ ਤੋਂ ਇਕੱਲਾ ਹੀ ਹੁੰਦਾ ਬੰਦਾ, ਜਿਹੜਾ ਮੈਂ ਆਉਣਾ ਵਾ ਇੱਧਰ ਪ੍ਰਕਰਮਾਂ ਵਾਲੀ ਸਾਈਡ 'ਤੇ। ਮੇਰੇ ਤੋਂ ਪਹਿਲੋਂ ਕੁਛ ਬੰਦੇ ਅਰੈਸਟ ਹੋ ਕੇ ਉਹਨਾਂ ਦੇ ਹੱਥ ਪਿੱਛੇ ਬੱਧੇ ਸੀ, ਅਤੇ ਜਿੱਥੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਆ ਉੱਥੇ ਸਿੰਘ ਬਿਠਾਏ ਸੀ ਹੱਥ ਬੰਨ੍ਹ ਕੇ, ਉਹ ਮੇਰੇ ਹੱਥ ਵੀ ਮਗਰ ਬੰਨ੍ਹ ਦਿੰਦੇ ਆ ਅਤੇ ਸਾਨੂੰ ਉੱਥੇ ਬਿਠਾ ਦਿੰਦੇ ਨੇ। ਅੱਛਾ, ਗਿਣਤੀ 'ਚ ਕਿੰਨੇ ਕੁ ਬੰਦੇ ਹੋਣਗੇ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ ਦੇ ਤਾਂ ਸਾਰੇ ਸ਼ਹੀਦੀ ਪਾ ਜਾਂਦੇ ਆ। 35 ਬੰਦੇ ਜਿਹੜੇ ਤੁਹਾਡੇ ਨਾਲ ਦੇ ਜਥੇ ਦੇ ਸੀਗੇ ਉਹ ਸ਼ਹੀਦੀ ਪਾਉਂਦੇ ਨੇ। ਉੱਥੇ ਜਿਹੜੇ ਡਿਊਟੀ 'ਚ ਤੁਸੀਂ ਕਹਿੰਦੇ ਹੋ ਕਿ ਮੈਂ ਬੀਬੀਆਂ ਵਾਲੇ ਪੌਣੇ 'ਚ ਵੜ ਜਾਂਦਾ ਆ, ਉਹ ਜਿਹੜੇ ਸ਼ਹੀਦੀ ਪਾ ਲੈਂਦੇ ਨੇ। ਫਿਰ ਪ੍ਰਕਰਮਾਂ ਦੇ ਵਿੱਚ ਕਿੰਨੀ ਕੁ ਗਿਣਤੀ ਕਿੰਨੀ ਕੁ ਹੋ ਸਕਦੀ ਹੈ ਜਿਹੜਿਆਂ ਦੇ ਹੱਥ ਬੰਨ੍ਹੇ ਸੀ ਅਤੇ ਬਿਠਾਏ ਹੋਏ ਸੀ?
ਇਹ 100 ਦੇ ਕਰੀਬ ਹੋਊਗਾ। 100 ਦੇ ਕਰੀਬ ਸਿੰਘ ਹੀ। ਜੇ ਸਾਡੇ ਨਾਲ ਦੇ ਜਿਹੜੇ 6 ਬੰਦੇ ਸੀ ਨਾ, ਜਿੱਥੇ ਬੀਬੀ ਪ੍ਰੀਤਮ ਕੌਰ ਰਹਿ ਰਹੀ ਸੀ, ਉਹਨਾਂ ਦੇ ਨਾਲ ਭਾਈ ਰਛਪਾਲ ਸਿੰਘ ਹੀ, ਭਾਈ ਸੁਜਾਨ ਸਿੰਘ ਹੈ, ਜਿੱਥੇ ਜਥੇਦਾਰ ਬੇਦਾਂਤੀ ਜੀ ਹੁਣੇ ਜਿਹੜੇ ਚੜ੍ਹਾਈ ਕਰ ਗਏ ਨੇ, ਸਰਦਾਜੀ ਭੋਗ ਹੋਣਾ ਉਹਨਾਂ ਦੇ ਕੱਲ ਪਿਆ ਹੋਣਾ, ਤੇ ਉਹਨਾਂ ਦਾ ਕਮਰਾ ਉੱਥੇ ਸਾਡੇ 6 ਸਿੰਘ ਹੀ। ਉਹਨਾਂ 'ਚੋਂ 2 ਬੰਦੇ ਸ਼ਹੀਦ ਹੋ ਜਾਂਦੇ ਆ, ਤਰਸੇਮ ਸਿੰਘ ਘਣੀਆਂ ਕੇ ਬਾਂਗਰ ਤੇ ਗੁਰਬਖਸ਼ ਸਿੰਘ ਮਜੀਠਾ। 4 ਸਿੰਘ ਜਿਹੜੇ ਆ, ਇੱਕ ਬਾਈ ਸ਼ੇਰ ਸਿੰਘ ਰਾਮਪੁਰੇ ਫੂਲ ਤੋਂ ਮਹਾਰਾਜ ਪਿੰਡ ਆ, ਇੱਕ ਜੋਗਿੰਦਰ ਸਿੰਘ ਚਿੱਟੀ, ਇੱਕ ਜਸਬੀਰ ਸਿੰਘ ਔਜਲਾ ਕਪੂਰਥਲੇ 'ਚ ਪੈਂਦਾ, ਤੇ ਇੱਕ ਕੋਟਲਾ ਗੁਰੂ ਕੇ ਬਾਗ ਲਾਗੇ ਲਖਵਿੰਦਰ ਸਿੰਘ ਸ਼ਹੀਦ। 4 ਬੰਦੇ ਉੱਥੋਂ ਬਚਦੇ ਆ, 4 ਇਹ ਆਉਂਦੇ ਆ, ਤੇ ਇੱਕ ਮੈਂ ਇੱਧਰੋਂ ਜਾਂਦਾ, ਤੇ ਇੱਕ ਸਾਡੇ ਨਾਲ ਹੀ ਗੋਰਖਾ ਹੀ, ਤੇ ਉਹ ਸਿੰਘ ਸੱਜਿਆ ਸੀ ਨਿਹੰਗ ਸਿੰਘ, ਉਹ ਅਕਾਲ ਤਖਤ ਵਾਲੀ ਸਾਈਡ ਤੋਂ ਮਤਲਬ ਕਿ ਉਹ ਆਉਂਦਾ ਵਾ। ਤੇ ਅਸੀਂ ਮਤਲਬ ਕਿ 5 ਤੇ 6 ਸਿੰਘ ਹਾਂ ਅਸੀਂ ਆਪਣੇ, ਤੇ ਬਾਕੀ 100 ਕੁ ਬੰਦਾ ਉਹ ਲਗਭਗ ਹੋਊਗਾ। ਅੱਛਾ, ਜਦੋਂ ਜਰਨੈਲ ਜੀ ਸ਼ਹੀਦ ਹੋ ਜਾਂਦੇ ਨੇ, ਉਸ ਤੋਂ ਬਾਅਦ ਭਾਈ ਅਮਰੀਕ ਹੁਣਾਂ ਦੀ ਲਾਸ਼ ਵੀ ਆਉਂਦੀ ਹੈ ਤੇ ਜਨਰਲ ਸੁਬੇਗ ਸਿੰਘ ਹੁਣਾਂ ਦੀ ਵੀ ਲਾਸ਼ ਆਉਂਦੀ ਹੈ। ਕਿਉਂਕਿ ਕਹਿੰਦੇ ਜੀ ਦੋਹਾਂ ਦੀ ਲਾਸ਼ ਤਾਂ ਮਿਲ ਜਾਂਦੀ, ਜਨਰਲ ਸੁਬੇਗ ਸਿੰਘ ਹੁਣਾਂ ਦੀ ਲਾਸ਼ ਜਿਹੜੀ ਆ ਬਹੁਤ ਦੇਰ ਬਾਅਦ ਮਿਲਦੀ ਹੈ। ਕੁਛ ਇਦਾਂ ਦਾ ਵੀ ਸੀ ਉੱਥੇ? ਜਿਹੜੇ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਇਹਨਾਂ ਦੀ ਸ਼ਹੀਦੀ ਸਵੇਰੇ 9 ਵਜੇ ਇਹ ਅਕਾਲ ਤਖਤ ਦੇ ਅੰਦਰੋਂ ਨਿਕਲ ਕੇ ਤੇ ਜਕਾਰੇ ਗਜਾਉਂਦੇ ਹੁੰਦੇ ਬਾਹਰ, ਜਿੱਥੇ 2 ਨਿਸ਼ਾਨ ਸਾਹਿਬ ਨੇ, ਉੱਥੇ ਸ਼ਹੀਦ ਹੁੰਦੇ ਆ। ਜਿਹੜੇ ਜਰਨਲ ਸੁਬੇਗ ਸਿੰਘ ਨੇ, ਇਹ 9 ਤੇ ਆਪਣੇ 5 ਤਰੀਕ ਨੂੰ ਰਾਤ ਦੇ 11 ਤੋਂ 12 ਦੇ ਵਿੱਚ ਇਹ 2 ਨਿਸ਼ਾਨ ਸਾਹਿਬਾਂ ਲਾਗੇ ਰਾਤ ਹੀ ਇਹਨਾਂ ਨੂੰ ਮਤਲਬ ਕਿ ਗੋਲੀ ਲੱਗ ਜਾਂਦੀ ਆ, ਤੇ ਜ਼ਖਮੀ ਹੋ ਜਾਂਦੇ ਆ। ਉੱਥੋਂ ਜੇ ਲਾਗੇ ਸਿੰਘ ਸੀ, ਉਹ ਉਹਨਾਂ ਨੂੰ ਚੁੱਕ ਕੇ ਤੇ ਅੰਦਰ ਲੈ ਕੇ ਚਲੇ ਜਾਂਦੇ ਭੋਰੇ 'ਚ, ਉਹ ਉੱਥੇ ਸ਼ਹੀਦ ਹੁੰਦੇ ਆ। ਉਹਨਾਂ ਦੇ ਕੁਝ ਬਚਨ ਵੀ ਹੁੰਦੇ ਆ ਸੰਤਾਂ ਨਾਲ ਕਿ ਮੈਂ ਆਪਣੀ ਡਿਊਟੀ ਨਿਭਾ ਚੱਲਿਆ ਵਾਂ, ਹੁਣ ਅੱਗੇ ਤੁਹਾਡੀ ਆ ਕਿ ਤੁਸੀਂ ਨਿਭਾਉਣੀ ਆ ਜਿਸ ਤਰ੍ਹਾਂ ਵੀ ਆ। ਤੇ ਸੰਤਾਂ ਕਿਹਾ ਕੋਈ ਗੱਲ ਨਹੀਂ, ਤੂੰ ਚੱਲ, ਤੇ ਤੇਰੇ ਮਗਰੇ ਅਸੀਂ ਵੀ ਆਏ। ਤੇ ਉਹਨਾਂ ਦਾ ਜਿਹੜਾ ਸਰੀਰ ਸੀ, ਉਹ ਜਿਹੜੇ ਮਤਲਬ ਸ਼ਹੀਦ ਹੋਏ ਸੀ, ਉਹ ਸਰੀਰ ਭੋਰੇ ਦੇ ਅੰਦਰ ਪਿਆ ਸੀ। ਔਰ ਭੋਰੇ ਦੇ ਅੰਦਰ ਜਾਣ ਦਾ ਇੱਕੋ ਰਸਤਾ ਸੀ, ਇੱਕ ਬਹੁਤ ਭੀੜੀਆਂ ਜਿਹੀਆਂ ਪੌੜੀਆਂ ਸੀ ਥੱਲੇ ਉਤਰਨ ਵਾਸਤੇ, ਤਾਂ ਚੜ੍ਹਨ ਵਾਸਤੇ ਵੀ, ਥੱਲੇ ਉਤਰਨ ਵਾਸਤੇ ਵੀ। ਜਿੱਦਾਂ ਲੋਕੀ ਕਹਿੰਦੇ ਕਿ ਉਹਦੇ ਰੱਸੇ ਉਸੇ ਦੀ ਗੱਲਬਾਤ ਹੈ ਕਿ ਪੈਰ ਨੂੰ ਬੰਨ੍ਹਣ ਵਾਲੀ ਜਿਹੜੀ ਗੱਲਬਾਤ ਆ, ਉਹ ਸਾਰੀਆਂ ਪੌੜੀਆਂ ਇੱਟਾਂ ਨਾਲ ਭਰੀਆਂ ਸੀ, ਕਿਉਂਕਿ ਟੁੱਟ ਚੁੱਕਾ ਅਕਾਲ ਤਖਤ ਪੂਰਾ ਢਾਹ ਢੇਰੀ ਕਰ ਦਿੱਤਾ ਸੀ ਉਹਨਾਂ ਨੇ ਟੈਂਕਾਂ ਨਾਲ ਬੰਬ ਮਾਰ ਕੇ। ਤੇ ਉਹ ਜਦੋਂ ਬਾਹਰ ਖਿੱਚ ਕੇ ਉਹਨੂੰ ਦੋਵੇਂ ਪੈਰਾਂ ਤੋਂ ਬੱਧਾ ਹੋਊਗਾ ਰੱਸਾ, ਤੇ ਬਾਹਰ ਖਿੱਚ ਕੇ ਕੱਢਿਆ ਹੋਣਾ ਉਹਨਾਂ ਨੂੰ ਉੱਥੋਂ, ਤੇ ਫਿਰ ਸਨਾਖਤ ਉੱਥੇ ਹੋਈ ਹੋਣੀ ਆ ਜਨਰਲ ਸੁਬੇਗ ਸਿੰਘ ਦੀ। ਅੱਛਾ, ਜਿਹੜੀਆਂ ਫੋਟੋਆਂ ਹੁੰਦੀਆਂ ਉਹਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਦਾ ਪੈਰ ਬੰਨਿਆ ਹੋਇਆ ਸੀਗਾ, ਤੇ ਉਹ ਮਿਲਟਰੀ ਨੇ ਪੈਰ ਬੰਨਿਆ ਹੋਇਆ ਸੀਗਾ ਜਿਸ ਸਰੂਪ ਜਿਹੜਾ ਸੀਗਾ ਉਹਨਾਂ ਦਾ ਪਾਰਥਿਕ ਸਰੀਰ ਖਿੱਚਣ ਦੇ ਲਈ। ਹਾਂ, ਅੰਦਰੋਂ ਮਤਲਬ ਕਿ ਅਕਾਲ ਤਖਤ ਦੇ ਅੰਦਰੋਂ ਪੌੜੀਆਂ ਤੇ ਉਹ ਇੰਨੀਆਂ ਭੀੜੀਆਂ ਪੌੜੀਆਂ ਸੀ ਕਿ 2-4 ਬੰਦੇ ਚੁੱਕ ਕੇ ਅੰਦਰੋਂ ਮਤਲਬ ਕਿ ਨਹੀਂ ਲਿਆ ਸਕਦੇ ਸੀ। ਇੱਕ ਗਰਮੀ ਇੰਨੀ ਸੀ ਉੱਥੇ, ਗਰਮੀ ਇੰਨੀ ਸੀ ਕਿ ਸਰੀਰ ਜਿਹੜੇ ਸੀ ਉਹ ਗਲ ਚੁੱਕੇ ਸੀ। ਜਨਰਲ ਸੁਬੇਗ ਸਿੰਘ 5 ਤਰੀਕ ਨੂੰ ਰਾਤ ਦੇ 12 ਵਜੇ ਸ਼ਹੀਦ ਹੁੰਦੇ ਆ, ਤੇ ਜਦੋਂ ਉਹਨਾਂ ਦੀ ਸਨਾਖਤ ਆ ਨੂੰ ਲਿਆਇਆ ਜਾਂਦਾ, ਉਹ 6 ਤਰੀਕ ਤੋਂ ਬਾਅਦ ਦੀ ਗੱਲ ਆ। 6 ਤਰੀਕ ਸ਼ਾਮਾਂ ਨੂੰ ਵੀ ਨਹੀਂ, ਮੈਂ ਕਿਹਾ ਸ਼ਾਮਾਂ ਹੋ ਗਈਆਂ ਹੋਣਗੀਆਂ ਰਾਤ, ਜਾਂ ਫਿਰ 7 ਤਰੀਕ ਦੀ ਸਵੇਰੇ ਹੋ ਸਕਦਾ ਕੱਢਿਆ ਗਿਆ ਹੋਊਗਾ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਤਿੰਨਾਂ ਜਿਹੜੇ ਸ਼ਹੀਦ ਸੰਤਾਂ ਦੇ ਸਰੀਰ ਸੀ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਸੰਤਾਂ ਦਾ, ਇਹ ਉਹ ਬਰਫ਼ ਦੀ ਸਿੱਲੀਆਂ ਤੇ ਜਿਹੜਾ ਹੈਗਾ ਵਾ ਕੀ ਉਹਦੇ ਨਾਮ ਆ, ਘੰਟਾ ਘਰ ਆ ਜਿੱਥੇ ਜੰਗਲੇ ਆ ਡਿਓੜੀ ਵਾਲੀ, ਉੱਥੇ ਬਰਫ਼ ਤੇ ਰੱਖੇ ਤੇ ਢੱਕੇ ਸੀ ਉੱਤੋਂ, ਮਤਲਬ ਕਿ ਇਹ ਪਾਈ ਚਿੱਟੇ ਕੱਪੜੇ ਪਾਏ ਸੀ ਉੱਤੇ ਉਹਨਾਂ ਦੇ। ਇਹ ਜਦੋਂ 7 ਤਰੀਕ ਨੂੰ 3:30 ਵਜੇ ਸੰਤਾਂ ਦੇ ਬ੍ਰਦਰ ਹਰਚੰਦ ਸਿੰਘ ਜੀ ਰੋਡੇ ਉਹ ਆਉਂਦੇ ਆ, ਜਦੋਂ ਮਿਲਟਰੀ ਵਾਲੀ ਮਤਲਬ ਕਿ ਵਰਦੀ ਦੇ ਵਿੱਚ, ਉਹ ਉਹਨਾਂ ਦੀ ਸਨਾਖਤ ਉਹ ਵੀ ਕਰਦੇ ਆ। ਸਨਾਖਤ ਪਹਿਲਾਂ ਹੀ ਹੋ ਚੁੱਕੀ ਸੀ, ਫੇਰ ਹੀ ਉੱਥੇ ਖੜਿਆ ਨਾ। ਤੇ ਉਹ ਜਦੋਂ ਸਨਾਖਤ ਕਰਦੇ ਆ, ਉਹਦੇ 1-2 ਘੰਟਿਆਂ ਬਾਅਦ ਹੀ 6:30 ਦੇ ਲਾਗੇ ਚਾਗੇ ਲਾ ਲਓ, ਤੇ ਉਹ ਫਿਰ ਉਹ ਗੱਡੀਆਂ ਤੇ ਤਿੰਨੇ ਸਰੀਰਾਂ ਨੂੰ ਉਹ ਸ਼ਹੀਦ ਹੋਇਆ ਨੂੰ ਉਹ ਲੈ ਕੇ ਚਲੇ ਜਾਂਦੇ ਆ ਜੀ। ਚਲੋ, ਉਹਨਾਂ ਦੇ ਸਰੀਰ ਚਲੇ ਜਾਂਦੇ ਨੇ, ਮਗਰੋਂ ਤੁਹਾਡੇ ਨਾਲ ਕੀ ਸਲੂਕ ਹੁੰਦਾ ਆ? ਤੁਸੀਂ ਜਿਹੜੇ ਉੱਥੇ ਪਰਿਕਰਮਾ ਦੇ ਵਿੱਚ ਜਿਹੜਿਆਂ ਦੇ ਹੱਥ ਬੰਨ੍ਹ ਕੇ ਬਿਠਾਏ ਹੋਏ ਸੀਗੇ, ਤੁਹਾਨੂੰ ਕਿੱਥੇ ਲੈ ਕੇ ਜਾਂਦੇ ਤੇ ਕਿੱਦਾਂ ਲੈ ਕੇ ਜਾਂਦੇ ਆ? ਸਾਨੂੰ ਪਰਿਕਰਮਾ 'ਚ ਹੀ ਰੱਖਿਆ ਉਹਨਾਂ ਨੇ। 6 ਦੀ ਸ਼ਾਮ ਤੋਂ ਬਾਅਦ ਰਾਤ ਉੱਥੇ ਪਰਿਕਰਮਾ 'ਚ ਹੀ ਰੱਖਿਆ। 7 ਦਾ ਦਿਨ ਚੜ੍ਹ ਜਾਂਦਾ ਤੇ ਪਰਿਕਰਮਾ 'ਚ ਹੀ ਬੈਠੇ ਆ। ਫਿਰ ਧੁੱਪ ਆ ਜਾਂਦੀ ਆ, ਗਰਮੀ ਬਹੁਤ ਜ਼ਿਆਦਾ ਸੀ। ਪੂਰੇ 4 ਚੁਫੇਰੇ ਲਾਸ਼ਾਂ ਹੀ ਲਾਸ਼ਾਂ ਮਤਲਬ ਕਿ ਖਿਲ ਰਹੀਆਂ। ਲੋਕ ਸ਼ਹੀਦ ਹੋਏ ਜਿਹੜੇ ਸਿੰਘ ਸੀ ਉਹਨਾਂ ਦੀਆਂ ਉਹ ਲਾਸ਼ਾਂ ਗਲ ਚੁੱਕੀਆਂ ਸਨ, ਕਿਉਂਕਿ 1 ਤਰੀਕ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ, ਤੇ 2 ਤੇ 3 ਨੂੰ ਤਾਂ ਫਾਇਰਿੰਗ ਨਹੀਂ ਹੁੰਦੀ। 4 ਨੂੰ ਫਿਰ 4:40 ਤੇ ਸਟਾਰਟਿੰਗ ਹੁੰਦੀ ਆ, ਹਮਲਾ ਹੁੰਦਾ ਵਾ। ਉਦੋਂ ਜਿਹੜੇ ਸਿੰਘ ਜਿੱਥੇ ਮਤਲਬ ਗੋਲੀ ਵੱਜੀ ਉਹਨਾਂ ਨੂੰ, ਉਹਨਾਂ ਦੀ ਥਾਂ ਤੇ ਪਰਿਕਰਮਾ 'ਚ ਬਰਾਂਡਿਆਂ 'ਚ ਲਾਸ਼ਾਂ ਪਈਆਂ ਸੀ। ਉਹ ਇੰਨੀ ਗਰਮੀ ਕਰਕੇ ਮਤਲਬ ਕਿ ਗਲ ਚੁੱਕੀਆਂ ਸੀ ਲਾਸ਼ਾਂ, ਤੇ ਬਦਬੂ ਆਉਣ ਲੱਗ ਪਈ ਸੀ।
ਉਹ ਉਹਨਾਂ ਦੇ ਬੰਦੇ ਜਿਹੜੇ ਸੀ ਕਾਰਪੋਰੇਸ਼ਨ ਵਾਲੇ ਲੈ ਕੇ ਆਂਦੇ, ਉਹਨਾਂ ਨੂੰ ਚਿੱਟਾ ਜਿਹਾ ਪਾਊਡਰ ਸੀ ਕੋਈ ਉਹਨਾਂ ਕੋਲ, ਉਹ ਉੱਤੇ ਪਾਉਂਦੇ ਸੀ। ਫਿਰ ਉਹ ਲਾਸ਼ਾਂ ਚੁੱਕਣ ਦਾ ਕੰਮ ਵੀ ਉਹਨਾਂ ਨੇ 6 ਨੂੰ ਨੇ 7 ਨੂੰ ਸਵੇਰੇ ਸ਼ੁਰੂ ਕਰਤਾ ਸੀ। ਉਦੋਂ ਤੱਕ ਤੁਸੀਂ ਪ੍ਰਗਰਮਾਂ 'ਚ ਬੈਠੇ ਰਹੇ ਤੇ ਤੁਸੀਂ ਕਿਹੜੇ ਟਾਈਮ ਫਿਰ ਬਾਹਰ ਜਾਂਦੇ ਹੋ ਤੇ ਕਿੱਦਾਂ ਕਿਹੜਾ ਸਾਧਨ ਆਉਂਦਾ ਤੁਹਾਨੂੰ ਲਿਜਾਣ ਲਈ, ਕੀ ਹੁੰਦਾ? ਅਸੀਂ 7 ਤਰੀਕ ਨੂੰ 2:30 ਵਜੇ ਦੇ ਕਰੀਬ ਸਾਨੂੰ ਉੱਥੋਂ ਉਠਾ ਕੇ ਤੇ ਲੈ ਕੇ ਆਉਂਦੇ ਆ ਘੰਟਾ ਘਰ ਦੇ ਬਾਹਰਲੇ ਪਾਸੇ, ਮਤਲਬ ਘੰਟਾ ਘਰੋਂ ਬਾਹਰ ਨਿਕਲੋਗੇ ਜਦੋਂ ਤੇ ਖੱਬੇ ਵਾਲੀ ਸਾਈਡ ਤੇ ਘੰਟਾ ਘਰ ਦੇ ਨਾਲ ਤੋਂ ਹੀ ਬਿਠਾ ਦਿੰਦੇ ਆ, ਪਿੱਛੇ ਇਨਫੋਰਮੇਸ਼ਨ ਸੈਂਟਰ ਵਾਲੀ ਸਾਈਡ ਤੇ ਇੱਥੋਂ ਫਿਰ ਉਹ ਸੰਤਾਂ ਦੀਆਂ ਤਿੰਨੇ ਜਦੋਂ ਸਰੀਰ ਇੱਥੋਂ ਲੈ ਜਾਂਦੇ ਨੇ ਉਹਦੇ ਬਾਅਦ ਸਾਡਾ ਮਤਲਬ ਕਿ ਖੜਨਾ ਉੱਥੋਂ ਸ਼ੁਰੂ ਕਰਦੇ ਸ਼ਕਤੀਮਾਨ ਗੱਡੀਆਂ ਤੇ। ਸਾਡੇ ਹੱਥ ਉਦੋਂ ਵੀ ਨਹੀਂ ਖੋਲੇ ਇਹਨਾਂ ਨੇ ਕਿ ਸਾਡੇ ਹੱਥ ਖੋਲਤੇ ਆ, ਮਤਲਬ 32-33 ਘੰਟੇ ਸਾਡੇ ਹੱਥ ਜਿਹੜੇ ਆ ਮਤਲਬ ਕਿ ਬੱਧੇ ਹੀ ਗੱਡੀਆਂ 'ਚ ਬਿਠਾ ਕੇ ਸਾਨੂੰ ਕੈਂਪਾਂ 'ਚ ਲੈ ਜਾਂਦੇ ਆ। ਕੈਂਪਾਂ 'ਚ ਜਦੋਂ ਲੈ ਕੇ ਜਾਂਦੇ ਆ, ਜਿਹੜੇ ਬਾਕੀ ਸਰਾਂ 'ਚੋਂ ਫੜੇ ਗਏ ਸੀ ਜਾਂ ਹੋਰਾਂ ਥਾਵਾਂ ਤੋਂ ਫੜੇ ਗਏ ਸੀ ਸਿੰਘ ਜਿਹੜੇ, ਉਹਨਾਂ ਨੂੰ ਤੇ ਉਹ ਸਕੂਲਾਂ ਸਕਾਲਾਂ 'ਚ ਲੈ ਕੇ ਜਾਂਦੇ ਆ। ਹੋ ਸਕਦਾ ਸਕੂਲ ਭਰ ਗਏ ਹੁਣ ਸਾਰੇ, ਤੇ ਜਦੋਂ ਸਾਨੂੰ ਲੈ ਕੇ ਜਾਂਦੇ ਉਹਦੇ ਹਨੇਰਾ ਹੋ ਜਾਂਦਾ ਵਾ। ਤੇ ਉਹ ਜਿਹੜੇ ਕਮਰੇ ਸੀ ਉਹ ਹੈਗੇ ਸੀ ਕੋਤਖਾਨੇ ਵਾਲੇ, ਜਿਨ੍ਹਾਂ 'ਚ ਹਥਿਆਰ ਗੰਨਾਂ ਲਾਈਆਂ ਰੱਖੀਆਂ ਜਾਂਦੀਆਂ ਨੇ। ਉਹਨਾਂ ਦੀਆਂ ਬਾਰੀਆਂ ਨਹੀਂ ਸੀ ਤੇ ਉਹ ਕਮਰੇ ਹੈਗੇ ਸੀ ਆਪਣੇ ਘੱਟੋ 19x15 ਦੇ ਇਸ ਤਰ੍ਹਾਂ ਦੇ, ਉੱਤੇ ਰੋਸ਼ਨਦਾਨ ਜ਼ਰੂਰ ਹੀ ਤੇ ਗੇਟ ਲੋਹੇ ਦੇ ਸੀ ਉਹਨਾਂ ਦੇ। ਉੱਥੇ ਲੈ ਕੇ ਜਾਂਦੇ ਆ। ਅਗਲੀ ਮਿਲਟਰੀ ਜਿਹੜੀ ਆ ਰਾਤ ਹੋਣ ਕਰਕੇ ਇਹਨਾਂ ਕੋਲ ਚਾਰਜ ਨਹੀਂ ਲੈਂਦੀ। ਇਹ ਬਿਹਾਰ ਰੈਜੀਮੈਂਟ, ਮਦਰਾਸ ਰੈਜੀਮੈਂਟ ਤੇ ਗਲਵਾੜ ਰੈਜੀਮੈਂਟ ਸੀ ਇਹਨਾਂ ਦੀ ਤਿੰਨੇ ਮੇਰੇ ਖਿਆਲ ਉੱਥੇ। ਇਹ ਫਿਰ ਇਹਨਾਂ ਕੋਈ ਇਹੋ ਸਾਡੇ ਪਹਿਰਾ ਲਾ ਦਿੰਦੇ ਆ ਰਾਤ। ਫਿਰ ਕੁਛ ਉੱਥੇ ਪਾਣੀ ਤੋਂ ਬਿਨਾਂ ਭਗਦੜ ਮੱਚਦੀ ਆ ਕਿ ਪਾਣੀ ਨਾ ਤੇ ਖਾਧਾ ਹੀ ਕੁਝ ਬੰਦੇ ਨੇ, 4 ਦਿਨ 5 ਦਿਨ ਹੋ ਗਏ ਸੀ, ਤੇ ਪਾਣੀ ਮੰਗਦੇ ਆ। ਤੇ ਫਿਰ ਉਹ ਦਰਵਾਜ਼ਾ ਖੋਲ੍ਹਣ ਲੱਗਿਆ ਕੁਛ ਝੜਪ ਜੀ ਹੁੰਦੀ ਆ ਉਹਨਾਂ ਨਾਲ, ਉਹ ਫਿਰ 30 ਤੋਂ 35 ਬੰਦੇ ਫਿਰ ਉੱਥੇ ਮਾਰ ਦਿੰਦੇ ਆ ਕੈਂਪਾਂ ਦੇ ਵਿੱਚ। ਮਤਲਬ ਕੈਂਪ ਜਾਣ ਤੋਂ ਬਾਅਦ ਵੀ ਤਸ਼ੱਦਦ ਜਿਹੜਾ ਰੁਕਦਾ ਨਹੀਂ ਹੈਗਾ, ਉੱਥੇ ਵੀ 35 ਬੰਦੇ ਜਿਹੜੇ ਮਰ ਜਾਂਦੇ ਆ। ਅੱਛਾ, ਤੁਹਾਡੇ ਨਾਲ ਸਲੂਕ ਕਿਵੇਂ ਦਾ ਹੁੰਦਾ? ਕਿਉਂਕਿ ਤੁਸੀਂ ਕਹਿੰਦੇ ਕਿ ਹੱਥ ਬੰਨੇ ਰਹੇ ਤੇ 30 ਤੋਂ 35 ਘੰਟੇ ਸਾਡੇ ਹੱਥ ਬੰਨੇ ਰਹੇ ਆ, ਤੇ ਜਦੋਂ ਤੁਸੀਂ ਕੈਂਪ ਜਾਂਦੇ ਹੋ ਤੁਹਾਨੂੰ ਖਾਣ ਪੀਣ ਨੂੰ ਕੁਝ ਦਿੱਤਾ? ਕਿਉਂਕਿ ਬਹੁਤ ਦਿਨਾਂ ਤੋਂ ਤੁਸੀਂ ਅੰਦਰ ਸੀਗੇ। ਨਹੀਂ, ਸਾਨੂੰ ਖਾਣ ਵਾਸਤੇ ਕੁਛ ਨਹੀਂ ਦਿੱਤਾ। ਜਦੋਂ ਅਸੀਂ ਘੰਟਾ ਘਰ ਦੇ ਸਾਹਮਣੇ ਲੈ ਕੇ ਆਇਆ ਜਾਂਦਾ ਨਾ, ਉਦੋਂ ਘੰਟਾ ਘਰ ਦੇ ਸਾਹਮਣੇ ਸਾਨੂੰ ਤੇ ਉਹ ਅੰਦਰ ਤੋਂ ਹੀ ਮਤਲਬ ਕੁੱਟਣ ਡਏ ਸੀ। ਉਹ ਕਦੀ ਬੂਟ ਮਾਰ ਦਿੰਦੇ ਸੀ, ਕੋਈ ਬੱਟ ਮਾਰ ਦਿੰਦੇ ਸੀ, ਇਹ ਭਿੰਡਰੀ ਵਾਲਾ ਕੇ ਆਦਮੀ ਹੈ, ਇਹ ਭਿੰਡਰੀ ਵਾਲਾ ਕੇ ਆਦਮੀ ਹੈ। ਜਦੋਂ ਘੰਟਾ ਘਰ ਲੈ ਕੇ ਆਉਂਦੇ, ਘੰਟਾ ਘਰ ਦੇ ਸਾਹਮਣੇ ਦਾ ਦ੍ਰਿਸ਼ ਇਹੋ ਜਿਹਾ ਸੀ ਕਿ ਸਾਰੀਆਂ ਬਿਲਡਿੰਗਾਂ ਦੇ ਉੱਤੇ ਜਿਹੜੇ ਲੋਕ ਚੜ੍ਹੇ ਸਨ, ਉਹਨਾਂ ਦੇ ਕਿਸੇ ਵੀ ਸਿਰ ਦੇ ਉੱਤੇ ਪੱਗ ਨਹੀਂ ਸੀ, ਨਾ ਕਿਸੇ ਬੀਬੀ ਹੀ ਕੋਈ ਜਿਹਦੇ ਚੁੰਨੀ ਲਈ ਹੋਵੇ, ਲੱਗੇ ਕਿ ਅਸੀਂ ਪੰਜਾਬ ਦੇ ਵਿੱਚ ਅਰੈਸਟ ਹੋਏ ਹਾਂ। ਉਹ ਲੋਕ ਲੱਡੂ ਵੰਡ ਰਹੇ ਸੀ, ਮਠਿਆਈਆਂ ਵੰਡ ਰਹੇ ਸੀ, ਨੱਚ ਰਹੇ ਸੀ ਉੱਥੇ। ਫਿਰ ਸਾਡੇ ਵਿੱਚੋਂ ਉਹ ਬੰਦੇ ਜਿਨ੍ਹਾਂ ਦੀ ਹੈਗੀ ਸੀ ਕਿ ਜਿਸ ਤਰ੍ਹਾਂ ਦਾੜੀ ਹੈਗੀ ਸੀ, ਕੇਸ ਹੈ ਘੱਟ ਹੀ ਅਜੇ, ਉਹਨਾਂ ਨੂੰ ਸਾਈਡ 'ਤੇ ਖਾ ਕੇ ਉਹਨਾਂ ਚੈੱਕ ਵੀ ਕੀਤਾ, ਕੱਪੜੇ ਲਵਾ ਕੇ, ਕਿਤੇ ਸੁੰਨਤ ਨਾ ਹੋਈ ਹੋਏ, ਮੁਸਲਮਾਨ ਨਾ ਹੋਣ ਇਹਨਾਂ ਵਿੱਚ ਲੜਨ ਵਾਲੇ ਬੰਦੇ। ਤੇ ਫਿਰ ਸਾਨੂੰ ਕੈਂਪਾਂ ਵਾਲੀ ਤੁਹਾਨੂੰ ਗੱਲ ਦੱਸੀ, ਉਦੋਂ ਫਿਰ ਸਾਨੂੰ ਉੱਥੋਂ ਕੈਂਪਾਂ 'ਚ ਲੈ ਕੇ ਚਲੇ ਜਾਂਦੇ ਆ। ਭਗਵਾਨ ਜੀ, ਮੁਸਲਮਾਨ ਮਤਲਬ ਨਾਲ ਕਿਉਂ ਚੈੱਕ ਕਰ ਰਹੇ ਸੀ? ਚਲੋ ਜੇ ਆਪਾਂ ਜੰਗ ਦੀ ਗੱਲ ਕਰਦੇ ਸੀ ਤਾਂ ਸਿੱਖਾਂ ਦੇ ਨਾਲ ਸੀ। ਬਲੂ ਸਟਾਰ ਆਪਰੇਸ਼ਨ ਸਿੱਖਾਂ ਲਈ ਹੋਇਆ, ਪੰਜਾਬੀਆਂ ਦਾ ਹੋਇਆ। ਜੇ ਤੁਸੀਂ ਕਹਿੰਦੇ ਹੋ ਕਿ ਚੈੱਕ ਕਰਦੇ ਸੀ ਕਿ ਸੁਨਤ ਨਾ ਹੋਵੇ, ਲੜਨ ਵਾਲੇ ਮੁਸਲਮਾਨ ਨਾ ਹੋਣ, ਉਹ ਕਿਉਂ? ਉਹ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਸ਼ੱਕ ਹੋਊਗਾ ਸ਼ਾਇਦ ਜੇ ਲੜਾਈ ਅੰਦਰ ਹੋ ਰਹੀ ਹੈ ਇਹਦੇ ਵਿੱਚ ਪਾਕਿਸਤਾਨ ਦੀ ਮਿਲਟਰੀ ਨੇ ਆਪਣੇ ਬੰਦੇ ਨਾ ਭੇਜੇ ਹੋਣ, ਏਜੰਸੀਆਂ ਦੇ ਬੰਦੇ ਨਾ ਹੋਣ। ਪਰ ਉਹਨਾਂ ਨੂੰ ਇਹੋ ਜਿਹਾ ਕੋਈ ਬੰਦਾ ਨਹੀਂ ਲੱਭਾ। ਇੱਕ ਬੰਦਾ ਸੀ, ਉਹਦਾ ਪ੍ਰਹਲਾਦ ਨਾਂ ਸੀ, ਉਹ ਉਤਰੇ ਵਿਚਾਰਾ ਪਾਕਿਸਤਾਨ ਨੂੰ ਇਹ ਬੜੇ ਚਿਰ ਦਾ ਆਇਆ ਸੀ, ਤੇ ਉਹ ਅਰੈਸਟ ਜ਼ਰੂਰ ਹੁੰਦਾ ਇੱਕ ਬੰਦਾ, ਹੋਰ ਕੋਈ ਬੰਦਾ ਕੋਈ ਪਾਕਿਸਤਾਨ ਦਾ ਜਾਂ ਮੁਸਲਮਾਨ ਨਹੀਂ ਸੀ ਉਹਦੇ ਵਿੱਚ। ਅੱਛਾ, ਸਤੀਸ਼ ਜੈਕਬ ਕਹਿੰਦੇ ਨੇ ਆਪਣੀ ਇੰਟਰਵਿਊ 'ਚ, ਬਹੁਤ ਵੱਡੇ ਜਰਨਲਿਸਟ ਸੀਗੇ, ਉਹ ਕਹਿੰਦੇ ਕਿ ਮੈਂ ਪਿੰਡਰਾਲਿਆਂ ਨਾਲ ਇੰਟਰਵਿਊ ਕਰਦਾ, ਸੰਤ ਸਾਹਿਬ ਦੇ ਨਾਲ ਇੰਟਰਵਿਊ ਕਹਿੰਦੇ ਸੀ ਸਾਡੀ ਹੁੰਦੀ ਆ, ਸੰਤ ਜੀ ਦੇ ਨਾਲ। ਕਹਿੰਦੇ ਕਿ ਪਿੱਛੇ ਤਾਂ ਖੇਤ ਆ, ਤੇ ਜਦੋਂ ਸਾਡੇ ਤੇ ਪੁਲਿਸ ਚੜ੍ਹਾਈ ਕਰ ਗਈ ਜਾਂ ਮਿਲਟਰੀ ਚੜ੍ਹਾਈ ਕਰ ਗਈ, ਸਾਡੀ ਪਾਕਿਸਤਾਨ ਦੇ ਨਾਲ ਬਹੁਤ ਬਣਦੀ, ਅਸੀਂ ਤਾਂ ਪਾਕਿਸਤਾਨ ਦੇ ਵਿੱਚ ਚੱਲ ਜਾਣਾ, ਸਾਡਾ ਬਹੁਤ ਸੈੱਟ ਆ ਉਹਨਾਂ ਦੇ ਨਾਲ। ਇਹ ਗੱਲਾਂ ਸੱਚੀਆਂ ਨੇ? ਵੇਖੋ ਜੀ, ਅਕਾਲ ਤਖਤ ਤੇ ਦਰਬਾਰ ਸਾਹਿਬ ਇਹ ਬਿਲਕੁਲ ਨੀਵੇਂ ਥਾਂ ਬਣੇ ਨੇ, ਔਰ ਅਕਾਲ ਤਖਤ ਦੀ ਬਿਲਡਿੰਗ ਦੇ ਉੱਪਰ ਚੜ੍ਹ ਕੇ ਕੋਈ ਇਹੋ ਜਿਹਾ ਖੇਤ ਨਹੀਂ ਗਾ ਜਿਹੜਾ ਦਿਸਦਾ ਹੋਵੇ। ਤੁਸੀਂ ਅੱਜ ਵੀ ਜਾ ਕੇ ਉੱਥੋਂ ਵੇਖ ਸਕਦੇ ਜੇ। ਨਾਲੇ ਏਡੇ ਨਿਆਣੇ ਨਹੀਂ ਸੀ ਸੰਤ ਜਿਹੜੇ ਮਾਰਕ ਤੁਲੀ ਨੂੰ ਇਹ ਗੱਲਬਾਤ ਕਹਿੰਦੇ ਕਿ ਜੇ ਸਾਨੂੰ ਘੇਰਾ ਪੈ ਗਿਆ ਤਾਂ ਅਸੀਂ ਖੇਤਾਂ ਚਲੇ ਜਾਵਾਂਗੇ। ਜੇ ਸਾਨੂੰ ਘੇਰਾ ਹੀ ਪੈ ਗਿਆ 4 ਚੁਫੇਰਿਓਂ ਤਾਂ ਅਸੀਂ ਕਿਹੜੇ ਰਸਤੇ ਥਾਂ ਨਿਕਲ ਕੇ ਉਹ ਖੇਤਾਂ ਚਲੇ ਜਾਣਾ, ਤੇ ਖੇਤਾਂ ਜਾ ਕੇ ਅਸੀਂ ਕੀ ਕਰਨਾ? ਅੱਗੇ ਬਾਰਡਰ ਉੱਤੇ ਤਾਂ ਮਿਲਟਰੀ ਹਿੰਦੁਸਤਾਨ ਦੀ ਸਰਕਾਰ ਦੀ ਹੋਣੀ ਸੀ ਨਾ। ਨਾਲੇ ਪਾਕਿਸਤਾਨ ਇੰਨੇ ਜੋਗਾ ਹੀ ਨਹੀਂ ਸੀ ਕਿ ਉਹ ਹਿੰਦੁਸਤਾਨ 'ਤੇ ਸਾਡੇ ਸਿੱਖਾਂ ਕਰਕੇ ਹਮਲਾ ਕਰ ਦਿੰਦਾ। ਉਹ ਇਹ ਮਤਲਬ ਕਿ ਸਰਕਾਰ ਵੱਲੋਂ ਸਾਨੂੰ ਬਦਨਾਮ ਕਰਨ ਵਾਸਤੇ ਇੱਕ ਕਹਾਣੀਆਂ ਘੜੀਆਂ ਗਈਆਂ, ਜਿਹਦੇ ਵਿੱਚ ਟੌਪ ਦੇ ਪੱਤਰਕਾਰ, ਨੈਸ਼ਨਲ ਮੀਡੀਆ
ਇਹਨਾਂ ਦਾ ਪੂਰਾ ਯੋਗਦਾਨ ਹੀ ਸਾਨੂੰ ਬਦਨਾਮ ਕਰਨ ਵਾਸਤੇ, ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਫੇਸਬੁੱਕ ਨਹੀਂ ਸੀ, ਟਵਿੱਟਰ ਨਹੀਂ ਸੀ, YouTube ਨਹੀਂ ਸੀ। ਸਾਡੇ ਕੋਲ ਆਪਣਾ ਸਾਧਨ ਕੋਈ ਨਹੀਂ ਸੀ ਕਿ ਅਸੀਂ ਆਪਣੀ ਗੱਲ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਤੱਕ, ਛੱਡੋ ਅਸੀਂ ਪੰਜਾਬ ਤੱਕ ਪਹੁੰਚਾ ਸਕੀਏ। ਜਿਨ੍ਹਾਂ ਨੇ ਵੀ ਸੰਤਾਂ ਦੀ ਗੱਲਬਾਤ ਸੁਣਨੀ ਹੁੰਦੀ ਸੀ, ਉਹਨਾਂ ਨੂੰ ਚੱਲ ਕੇ ਤੇ ਦਰਬਾਰ ਸਾਹਿਬ, ਲੰਗਰ ਸਾਹਿਬ ਦੀ ਬਿਲਡਿੰਗ ਤੇ ਆਉਣਾ ਪੈਂਦਾ ਸੀ। ਅੱਛਾ ਭਗਵਾਨ ਜੀ, ਜਦੋਂ ਬਹੁਤ ਸਾਰੇ ਜਰਨਲਿਸਟ ਇਹ ਕਲੇਮ ਕਰਦੇ ਆ ਕਿ ਬੜੀ ਵਾਰੀ ਕਹਿੰਦੇ ਜੀ ਉੱਥੇ ਅਨਾਉਂਸਮੈਂਟਾਂ ਹੋਈਆਂ, ਕਿਹਾ ਕਿ ਜਿਹੜੇ ਨਿਹੱਤੇ ਨੇ, ਜਿਹੜੇ ਆਮ ਲੋਕ ਨੇ, ਉਹ ਬਾਹਰ ਆ ਜਾਣ ਹੱਥ ਖੜੇ ਕਰਕੇ। ਇੱਦਾਂ ਦੀਆਂ ਅਨਾਉਂਸਮੈਂਟਾਂ ਤੁਹਾਨੂੰ ਸੁਣੀਆਂ ਸੀ? ਨਹੀਂ, ਇਹੋ ਜਿਹੀਆਂ ਅਨਾਉਂਸਮੈਂਟਾਂ ਨਹੀਂ ਹੋਈਆਂ, ਪਰ ਉਹਨਾਂ ਨੇ ਇਸ ਨੂੰ ਜਸਟੀਫਾਈ ਕਰਨ ਵਾਸਤੇ ਕੋਤਵਾਲੀ ਲਾਗੋਂ ਸੁਣਿਆ ਮੈਂ ਕਿ ਕੁਝ ਅਨਾਉਂਸਮੈਂਟ ਕੀਤੀ ਗਈ। ਕੋਤਵਾਲੀ ਉੱਥੋਂ ਕਿੰਨੀ ਦੂਰ ਆ, ਉਹਦੀ ਅਨਾਉਂਸਮੈਂਟ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਹੀ ਨਹੀਂ ਸਕਦੀ ਸੀ ਕਿ ਜਿੰਨਾ ਗੋਲਾ ਬਰੂਦ ਉੱਥੇ ਬੰਬ ਚੱਲ ਰਹੇ ਸੀ, ਗੋਲੀਆਂ ਚੱਲ ਰਹੀ ਸੀ, ਆਵਾਜ਼ਾਂ ਆ ਰਹੀਆਂ ਸੀ, ਤਾਂ ਆਵਾਜ਼ ਹੀ ਨਹੀਂ ਪਹੁੰਚ ਸਕਦੀ ਸੀ ਉੱਥੇ। ਕਿਸ ਤਰ੍ਹਾਂ ਆ ਸਕਦੀ ਸੀ ਆਵਾਜ਼? ਅੱਛਾ, ਜਦੋਂ ਤੁਸੀਂ ਕਹਿੰਦੇ ਹੋ ਕਿ ਲਾਸ਼ਾਂ ਜਿਹੜੀਆਂ ਸੀ ਉਹ ਪਰਿਕਰਮਾ ਦੇ ਵਿੱਚ ਪਈਆਂ ਸੀ, ਤੁਹਾਨੂੰ ਜਿਹੜੇ ਜੀਂਦੇ ਬੰਦੇ ਸੀ ਉਹਨਾਂ ਨੂੰ ਤਾਂ ਲੈ ਗਏ। ਕਈ ਇੱਦਾਂ ਦੇ ਲੋਕ ਵੀ ਹੋਣੇ ਜਿਹੜੇ ਸਹਿਕਦੇ ਹੋਣਗੇ ਜਾਂ ਫਿਰ ਜਿਨ੍ਹਾਂ ਦੀ ਉਮੀਦ ਸੀ ਕਿ ਉਹ ਬਚ ਜਾਣ, ਉਹਨਾਂ ਦੇ ਨਾਲ ਕੁਝ ਪਤਾ ਲੱਗਾ ਕਿ ਉਹ ਤੋਂ ਬਾਅਦ ਬਚੇ ਜਾਂ ਕੁਝ ਹੋਇਆ? ਨਹੀਂ, ਅਸੀਂ ਤੇ ਸਾਨੂੰ ਤੇ ਕੈਂਪਾਂ 'ਚ ਲੈ ਗਏ ਨਾ ਉਹ ਉੱਥੋਂ, ਤੇ ਸਹਿਕਣ ਵਾਲੇ ਬੰਦੇ ਘੱਟ ਹੀ, ਕਿਉਂਕਿ ਉਹਨਾਂ ਦੇ ਜਿਹੜੇ ਵੈਪਨ ਸੀ ਨਾ ਉਹ ਸਾਰੇ ਹੈਗੇ ਸੀ ਬਰਸ਼ਟਾਂ ਵਾਲੇ, MMG 2.5 ਗਨ ਵਾਲੀਆਂ। ਇੱਕ ਅੱਧੀ ਗੋਲੀ ਤੇ ਵੱਜਦੀ ਨਹੀਂ, ਜਿਹਦੇ ਵੱਜਦੀਆਂ 5-7 ਵੱਜਦੀਆਂ ਸੀ, ਗਰਨੇਟ ਵੱਜਦਾ ਸੀ ਜਾਂ ਹੋਰ ਉਹਨਾਂ ਕੋਲ ਜਿਹੜੇ ਗੋਲੇ ਵੱਜਦੇ ਸੀ। ਉਹਨਾਂ ਬੱਚੇ ਨੇ ਬੰਦੇ ਕਿ ਸਹਿਕਣਾ ਕਿੱਥੋਂ ਆਉਂਦਾ ਸੀ? ਵਾਕਈ। ਅੱਛਾ, ਜਦੋਂ ਕੈਂਪ 'ਚ ਤੁਹਾਨੂੰ ਲੈ ਕੇ ਜਾਂਦੇ ਆ, ਤੁਸੀਂ ਕਹਿੰਦੇ ਕਿ ਸਾਨੂੰ 37-38 ਘੰਟੇ ਜਿਹੜਾ ਉੱਦਾਂ ਹੀ ਰੱਖਿਆ ਜਾਂਦਾ, ਕੈਂਪਾਂ 'ਚ ਕਿੱਦਾਂ ਦਾ ਸਲੂਕ ਸੀਗਾ? ਸਹੀ ਸੀਗਾ ਜਾਂ ਫਿਰ ਜਦੋਂ ਆਪਾਂ ਕਹਿੰਦੇ ਆ ਕਿ ਇੰਡੀਅਨ ਆਰਮੀ ਸੀ, ਕੁਝ ਗਲਤ ਸਲੂਕ ਤਾਂ ਨਹੀਂ ਸੀ? ਨਹੀਂ, ਗਲਤ ਲੋਕ ਨਹੀਂ ਸਨ, ਪਰ ਉਹਨਾਂ ਰੱਖਣ ਦਾ ਤਰੀਕਾ ਜਿਹੜਾ ਉੱਤੋਂ ਅੱਜ ਜਿਹੜੇ ਨਾਲ ਸਾਡੇ ਰਹਿ ਰਹੇ ਸੀ ਨਾ ਫੌਜੀ, ਉਹ ਸਾਡੇ ਨਾਲ ਬਿਹੇਵ ਚੰਗਾ ਕਰਦੇ ਸੀ। ਮਤਲਬ ਉਹਦਾ ਜਿਹੜੇ ਰੋਟੀ ਲੈ ਕੇ ਆਉਂਦੇ ਸੀ ਦੇਣ ਵਾਸਤੇ, ਉਹ ਜਿਹੜੇ ਸੀ ਉਹ ਮਾੜਾ ਬਿਹੇਵ ਕਰਦੇ ਸੀ। ਰੋਟੀ ਦੇ ਦਿੰਦੇ ਸੀ, ਥਾਲੀ ਦੇ ਦਿੰਦੇ ਸੀ, ਲਾਗੋਂ ਕੁੱਤਾ ਰੱਖੇ ਹੁੰਦੇ ਸੀ 2-3 ਉਹਨਾਂ ਨੇ, ਕੁੱਤੇ ਨੂੰ ਰੱਸੀ ਛੱਡ ਦਿੰਦੇ ਸੀ, ਬੰਦੇ ਡਰਦੇ ਹੱਥ 'ਚ ਜਾਂ ਤਾਂ ਦਾਲ ਡਿੱਗ ਪੈਂਦੀ, ਸਬਜ਼ੀ ਡਿੱਗ ਪੈਂਦੀ ਸੀ। ਇਸ ਤਰ੍ਹਾਂ ਦਾ ਤਸ਼ੱਦਦ ਕਰਦੇ ਸੀ। ਇਹ ਨਹੀਂ ਕਿ ਸਾਡੇ ਨਾਲ ਉਹਨਾਂ ਸਿਰਫ ਕੀਤਾ। ਉੱਥੇ ਮੈਂ ਇੱਕ ਤੁਹਾਨੂੰ ਕਹਾਣੀ ਦੱਸਣੀ ਚਾਹੁੰਦਾ ਵਾਂ ਕਿ ਇਹ ਜਦੋਂ ਸਾਡੀ ਗ੍ਰਿਫਤਾਰੀ ਹੋਈ ਆ, ਕੈਂਪਾਂ 'ਚੋਂ ਪਾਈ ਉਹਨਾਂ ਨੇ, ਇੱਕ ਜੱਜ ਆਉਂਦਾ ਉੱਥੇ, ਤੇ ਮੇਜਰ ਹੈ ਨਹੀਂ ਸੀ, ਤੇ ਮਿਲਟਰੀ ਦਾ ਕੋਈ ਸਿਪਾਹੀ ਖਲੋਤਾ ਸੀ ਕੋਈ, ਤੇ ਜਦੋਂ ਉਹ ਆਉਂਦਾ ਜੱਜ ਤੇ ਉਹ ਖਲੋਤਾ ਤੇ ਆਂਦਾ ਕਿ ਮੈਂ ਜੱਜ ਹਾਂ। ਆਂਦਾ ਤੁਸੀਂ ਜੱਜ ਜੇ ਕੌਣ ਜੇ? ਮੈਨੂੰ ਨਹੀਂ ਪਤਾ। ਆਂਦਾ ਇਹ ਰਾਜ ਮਿਲਟਰੀ ਦਾ ਵਾ, ਹੁਣ ਇੱਥੇ ਕੋਈ ਜੱਜ ਨਹੀਂ ਗਾ ਤੇ ਕੋਈ ਅਹੁਦੇ ਦਾ ਮਾਇਨੇ ਨਹੀਂ ਰੱਖਦਾ, ਤੁਸੀਂ ਬਾਹਰ ਖੜੇ ਰਹੋ। ਜੱਜ ਨੂੰ ਵੀ ਕੁਰਸੀ ਨਹੀਂ ਦਿੱਤੀ ਜਾਂਦੀ ਬਹਿਣ ਵਾਸਤੇ। ਫਿਰ ਇੱਕ ਦੱਸਦਾ ਵਾਂ ਕਿ ਸਾਡੇ ਨਾਲ ਇੱਕ ਦਰਸ਼ਨ ਸਿੰਘ ਹੀ, ਭਾਈ ਅਮਰੀਕ ਸਿੰਘ ਦਾ PA ਹੁੰਦਾ ਸੀ ਮੁਕਤਸਰ ਦੇ ਲਾਗੇ ਦਾ, ਉਹਦੇ ਰਿਸ਼ਤੇਦਾਰੀ 'ਚ ਕਿਤੇ ਕੋਈ ਇੱਕ ਮੇਜਰ ਸੀ ਸਾਡੇ ਦੂਜੇ ਕੈਂਪ 'ਚ, ਸਾਡੇ ਕੈਂਪ 'ਚ ਨਹੀਂ, ਸਾਡੇ ਕੈਂਪ 'ਚ ਹਰਿਆਣੇ ਦਾ ਚੌਧਰੀ ਸੀ ਤੇ ਇੱਕ ਕੈਪਟਨ ਸੀ, 2 ਜਣੇ। ਤੇ ਉਹ ਮੇਜਰ ਦੂਜੇ ਕੈਂਪ 'ਚੋਂ ਸ਼ਾਮਾਂ ਜੀਆਂ ਪੈਂਦੀਆਂ 6-6:30 ਹੋਏ ਹੋਣੇ ਆ, ਤੇ ਇੱਕ ਕੱਪੜੇ ਦਾ ਝੋਲਾ ਜਿਹਾ ਲੈ ਕੇ, ਮਤਲਬ ਲਿਫਾਫਾ, ਜਿਹਦੇ ਵਿੱਚ ਇੱਕ ਕੁੜਤਾ ਪਜਾਮਾ ਸੀ, 2 ਕਛਹਿਰੇ, 2 ਬਨੈਣਾ, ਇੱਕ ਪੱਗ ਸੀ, ਇੱਕ ਜੋੜਾ ਚੱਪਲਾਂ ਦਾ। ਉਹ ਆਉਂਦਾ ਵਾ, ਮੇਜਰ ਹੀ ਉਹ, ਤੇ ਸਿਪਾਹੀ ਨੇ ਉਹਨੂੰ ਡੱਕਣਾ ਨਹੀਂ ਸੀ ਮਿਲਟਰੀ ਦੇ ਵਿੱਚ। ਤੇ ਉਹਨੇ ਆਂਦੇ ਕਿ ਦੱਸੋ, ਆਂਦੇ ਕਿ ਆ ਅੰਦਰ ਕੋਈ ਬੰਦਾ ਦਰਸ਼ਨ ਸਿੰਘ ਆ ਤੇ ਉਹਨੂੰ ਦੇਣੇ ਆ ਕੱਪੜੇ, ਉਹਦੀ ਫੈਮਿਲੀ ਨੇ ਦਿੱਤੇ ਆ। ਤੇ ਉਹਨਾਂ ਨੇ, ਕਿਉਂਕਿ ਸਾਡੇ ਕੋਲ ਕਛਹਿਰਾ ਤੇ ਬਨੈਣ ਸੀ, ਹੋਰ ਤੇ ਕੋਈ ਹੈ ਹੀ ਨਹੀਂ। ਅਸੀਂ ਅਗਸਤ ਤੱਕ ਇਹਨਾਂ ਇੱਕ ਕਛਹਿਰੇ ਤੇ ਇੱਕ ਬਨੈਣ ਤੇ ਹੀ ਰਹੇ ਅੰਦਰ, ਨਾ ਸਾਡੇ ਸਿਰ ਤੇ ਕੁਛ ਸੀ। ਉਹ ਫੜਾ ਕੇ ਚਲਿਆ ਜਾਂਦਾ। ਥੋੜ੍ਹੇ ਚਿਰ ਬਾਅਦ ਉਹ ਕੈਪਟਨ ਆ ਜਾਂਦਾ। ਕੈਪਟਨ ਪੁੱਛਦਾ ਵਾ ਕਿ ਹਾਂ ਦੱਸੋ ਕਿਵੇਂ ਆ, ਠੀਕ ਠਾਕ ਆ ਸਭ? ਆਂਦਾ ਜੀ ਓਕੇ, ਮੇਜਰ ਸਾਹਿਬ ਆਏ ਸੀ। ਆਂਦਾ ਮੇਜਰ ਸਾਹਿਬ ਇਸ ਵੇਲੇ ਨਹੀਂ ਆਉਂਦੇ। ਆਂਦੇ ਨਹੀਂ, ਆਪਣੇ ਮੇਜਰ ਸਾਹਿਬ ਨਹੀਂ, ਉਹ ਫਲਾਣੇ ਉਹ ਸਰਦਾਰ ਜੀ ਦਾ ਨਾਮ ਉਹਨਾਂ ਲਿਆ ਕਿ ਉਹ ਸਰਦਾਰ ਜੀ ਆਏ ਸੀ। ਆਂਦਾ ਫੇਰ? ਆਂਦਾ ਕੋਈ ਉਹ ਲਿਫਾਫਾ ਸੀ, ਆਂਦੇ ਕੱਪੜੇ ਆ, ਤੋਂ ਅੰਦਰ ਦੇ ਕੇ ਚਲੇ ਗਏ। ਉਹ ਬਹੁਤ ਗੁੱਸੇ ਹੋਇਆ ਉਸ ਬੰਦੇ ਨੂੰ। ਆਂਦਾ ਤੈਨੂੰ ਮੈਂ ਸਸਪੈਂਡ ਕਰ ਦੂੰਗਾ। ਆਂਦਾ ਇਹ ਸਾਰੇ ਬੰਦੇ ਕੌਣ ਆ ਤੈਨੂੰ ਪਤਾ? ਸਾਰੇ ਮਿਲੀਟੈਂਟ ਨੇ, ਭਿੰਡਰਾਂ ਵਾਲੇ ਦੇ ਬੰਦੇ ਨੇ। ਉਹ ਹਥਿਆਰ ਫੜਾ ਜੂਗਾ ਅੰਦਰ, ਇਹ ਤੈਨੂੰ ਮਾਰ ਕੇ ਨਾ ਭੱਜ ਜਾਣਾ ਇੱਥੋਂ। ਉਸੇ ਵੇਲੇ ਉਹਨਾਂ ਮਿਲਟਰੀ ਚਾਰਜ ਫਿਰ ਲਾ ਕੇ ਗੰਨਾਂ ਬੀੜਤੀਆਂ, ਸਾਡਾ ਬੂਹਾ ਖੋਲ੍ਹਿਆ। ਸਾਡੇ ਇਕੱਲੇ ਜਦੋਂ ਅੰਦਰ ਗਿਆ, ਅੰਦਰ ਦੇ ਦੱਸਦਾ ਕਿ ਸਾਡੇ ਕੱਪੜੇ ਨਹੀਂ, ਕਿਸੇ ਨੇ ਪਜਾਮਾ ਪਾ ਲਿਆ, ਕਿਸੇ ਨੇ ਕੁੜਤਾ ਪਾ ਲਿਆ, ਕਿਸੇ ਬਨੈਣ ਪਾ ਲਈ, ਪੱਗ ਦੇ 5-6 ਟੋਟੇ ਕਰਕੇ ਅਸੀਂ ਸਿਰਾਂ 'ਚ ਬੰਨ੍ਹ ਲਏ। ਲੋਕ ਹੈ ਵੀ ਨਹੀਂ ਉਹ ਨਾ, ਫਿਰ ਸਾਰੇ ਵਾਪਸ ਫਿਰ ਲਾ ਕੇ ਜਿੱਧਰ ਸੁੱਟੇ ਅੰਦਰ ਹੀ ਸੁੱਟਣੇ ਕਚਹਿਰੇ, ਫਿਰ ਉਹ ਪਾ ਕੇ ਤੇ ਆਂਦੇ ਬਾਹਰ ਆ ਜਾਓ। ਰਾਤ ਦੇ 9:30 ਵੱਜਣ ਡਏ ਸੀ, ਸਾਨੂੰ ਲਾਈਨ 'ਚ ਖੜੇ ਕਰਤਾ। 19 ਬੰਦਿਆਂ ਨੂੰ ਇਹਨਾਂ ਨੇ ਖੜੇ ਕਰਾ ਕੇ ਹੱਥਾਂ ਦੇ ਤਾਂ ਕਰ ਦਿਓ, ਫਿਰ ਤਾਂ ਕਰਾ ਕੇ ਪਿੱਛੇ ਐਲਮਜੀਆਂ ਲੱਗੀਆਂ ਸੀ, ਸਾਨੂੰ ਲੰਮੇ ਪਾਤਾ ਉਹਨਾਂ ਨੇ। ਲੰਮੇ ਪਾ ਕੇ ਸਾਰੀ ਤਲਾਸ਼ੀ ਲਈ, ਤੇ ਨਿਕਲਣਾ ਕੀ ਸੀ? ਸਾਡੇ ਕੋਲ ਕੁਛ ਹੈ ਹੀ ਨਹੀਂ ਸੀ। ਜਦੋਂ
ਹਾਂ ਅੰਦਰ ਜਿਹੜੇ ਰੋਸ਼ਨਦਾਨ ਸੀ ਉਹਦੇ ਉੱਤੇ ਕੁਝ ਦਵਾਈਆਂ ਪਈਆਂ ਸੀ ਕਿ ਸਾਨੂੰ ਦਵਾਈ ਵਾਸਤੇ ਬਾਹਰ ਸੱਦ ਲੈਂਦੇ ਹੁੰਦੇ ਸੀ ਡਾਕਟਰ, ਤੇ ਲੋਕੀ ਚੂਤਰਾ ਹੀ ਨਿਕਲ ਜਾਂਦੇ ਕਿ ਬਾਹਰ ਹਵਾ ਹੀ ਲੱਗ ਜੂਗੀ, ਔਰ ਬਿਮਾਰ ਮੂਰ ਤੇ ਚਲੋ ਘੱਟ ਹੀ ਸੀ ਬੰਦੇ। ਉਹ ਦਵਾਈਆਂ ਖਾਂਦੇ ਨਹੀਂ, ਅਸੀਂ ਤੇ ਉੱਤੇ ਰੱਖ ਦਿੰਦੇ ਹੁੰਦੇ ਹਾਂ। ਉਹ ਦਵਾਈਆਂ ਪਈਆਂ ਸੀ ਇਕੱਠੀਆਂ ਇੰਨੀਆਂ ਕੁ ਪਈਆਂ ਸੀ। ਉਹ ਫਿਰ ਉਹਨਾਂ ਨੇ ਤੁਸੀਂ ਸਾਡੀ ਦਵਾਈ ਬਰਬਾਦ ਕਰਦੇ ਜੇ। ਫਿਰ ਸਾਨੂੰ ਰਾਤ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਉੱਥੇ, ਤੇ ਇੱਕ ਦੋ ਬੰਦਿਆਂ ਨੂੰ ਜ਼ਿਆਦਾ ਸੱਟਾਂ ਵੀ ਲੱਗ ਗਈਆਂ। ਤੇ ਉਹ ਵਿਚਾਰੇ ਜ਼ਿਆਦਾ ਫੀਲ ਕਰਨ ਦੇ ਯਾਰ ਆਪਾਂ ਨੂੰ ਨਹੀਂ ਲੈਣੇ ਚਾਹੀਦੇ ਕੱਪੜੇ, ਕਿ ਸਾਨੂੰ ਕੀ ਪਤਾ ਕੀ ਗੱਲਬਾਤ ਹੋਣੀ ਆ। ਮਤਲਬ ਕਿ ਉਹਨਾਂ ਨੇ ਕੋਈ ਸਾਨੂੰ ਇਹੋ ਜਿਹਾ ਕੰਮ ਨਹੀਂ ਕਰ, ਜੇ ਸਾਨੂੰ ਜਲੀਲ ਕਰਨ ਦੀ ਹੀ ਕੋਸ਼ਿਸ਼ ਕਰਦੇ ਸੀ ਹਰ ਵਾਰੀ। ਤੇ ਅੰਦਰ ਵੇਖੋ ਇੱਕ ਘੜਾ ਦਿੱਤਾ ਸੀ, ਅਸੀਂ 19 ਬੰਦੇ ਹਾਂ ਇੱਕ ਕਮਰੇ ਦੇ ਵਿੱਚ, ਤੇ ਨਾ ਥੱਲੇ ਕੁਛ ਹੀ ਉੱਤੇ ਲੈਣ ਲਈ, ਨਾ ਕੁਛ, ਨਾ ਪੱਖਾ ਸੀ ਉਹਦੇ ਵਿੱਚ। ਇੱਕ ਘੜਾ ਪਾਣੀ ਪੀਣ ਵਾਸਤੇ, ਉਹਦੇ ਤੇ ਇੱਕ ਛੋਟਾ ਢੱਕਣ ਤੇ ਇੱਕ ਪਲਾਸਟਿਕ ਦਾ ਗਲਾਸ, ਨਾਲ ਇੱਕ ਪੀਪਾ ਪਿਆ ਹੁੰਦਾ ਸੀ ਪਿਸ਼ਾਬ ਕਰਨ ਵਾਸਤੇ, ਸਾਨੂੰ ਬਾਹਰ ਨਹੀਂ ਕੱਢਣਾ ਉਹਨਾਂ ਨੇ। ਰਾਤ ਜਦੋਂ ਹਨੇਰਾ ਹੋ ਗਿਆ ਤੇ ਰਾਤ ਹਨੇਰਾ ਸਵੇਰੇ ਖਤਮ ਹੋਇਆ, ਜਦੋਂ ਚਾਨਣ ਚੜ੍ਹ ਜਾਣਾ, ਸੂਰਜ ਚੜ੍ਹਨਾ ਵਾ, ਫਿਰ ਉਹਨਾਂ ਨੇ ਸਾਨੂੰ ਉੱਥੋਂ ਉਹ ਪੀਪਾ ਸੁੱਟਣ ਵਾਸਤੇ, ਇੱਕ ਬੰਦੇ ਆ ਮੈਂ ਬਾਈ ਸ਼ੇਰਸੋਂ ਸਾਡੇ ਬੰਦੇ ਹੈਗੇ ਸੀ, ਅਸੀਂ ਉਹ ਪੀਪਾ ਜਾ ਕੇ ਤੇ ਉੱਥੇ ਲੈਟਰਿੰਗ 'ਚ ਰੋੜ ਆਇਆ ਕਰਦੇ ਸਾਂ, ਤੇ ਉਹ ਅੰਦਰ ਰੱਖ ਦਿੰਦੇ ਹੁੰਦੇ ਆ। ਤੇ ਉਹ ਇੱਕੋ ਘੜੇ ਨਾਲ ਅਸੀਂ ਰਾਤ ਸਾਰੀ ਕੱਢਦੇ ਹਾਂ। ਮਤਲਬ ਕਿ ਕਿੰਨਾ ਕੁ ਪਾਣੀ ਹੋਊਗਾ, 7-8 ਲੀਟਰ ਪਿਆ ਹੋਊਗਾ ਘੜੇ ਦੇ ਵਿੱਚ ਪਾਣੀ ਉਹਦੇ ਨਾਲ। ਵਾਕਈ ਬਹੁਤ ਜ਼ਿਆਦਾ ਤਸ਼ੱਦਦ ਹੈ। ਅੱਛਾ, ਕਿੰਨਾ ਦੇਰ ਕੈਂਪ 'ਚ ਰਹਿੰਦੇ ਹੋ, ਫਿਰ ਕੈਂਪ ਤੋਂ ਟਰਾਂਸਫਰ ਕਦੋਂ ਹੁੰਦੇ ਹੋ, ਕਿੱਥੇ ਹੁੰਦੇ ਹੋ? ਕੈਂਪ 'ਚ ਇੱਕ ਸਨਾਖਤ ਦੀ ਪ੍ਰਕਿਰਿਆ ਚੱਲਦੀ ਆ। ਉਹ ਕੀ ਕਰਦੇ ਆ ਕਿ ਦੂਜੇ ਕੈਂਪਾਂ 'ਚੋਂ ਵੀ ਸਾਡੇ ਕੈਂਪਾਂ 'ਚ ਬੰਦੇ ਲੈ ਕੇ ਆਉਂਦੇ ਆ, ਤੇ ਬਾਰੀਆਂ ਦੇ ਉੱਤੇ ਅਖਬਾਰ ਲਾ ਦਿੰਦੇ ਆ, ਕਾਲੇ ਸੀਸੇ ਹੁੰਦੇ ਆ, ਤੇ ਉਹਦੇ ਅੱਗੋਂ ਬੰਦਿਆਂ ਨੂੰ ਲੰਘਾਉਂਦੇ ਨੇ। ਉਹ ਬੰਦਿਆਂ ਨੂੰ ਇੱਧਰ ਕਰ ਦਿਓ, ਇੱਧਰ ਕਰ ਦਿਓ, ਕਈਆਂ ਨੂੰ ਅੰਮ੍ਰਿਤਸਰ ਭੇਜਤਾ, ਕਈਆਂ ਨੂੰ ਲੁਧਿਆਣੇ ਭੇਜਤਾ, ਕਈਆਂ ਨੂੰ ਅਜਮੇਰ ਭੇਜਤਾ, ਕਈਆਂ ਨੂੰ ਫਿਰ ਉਹਨਾਂ ਨੇ ਕੁਛ ਬੰਦਿਆਂ ਨੂੰ ਜੋਧਪੁਰ ਜੇਲ੍ਹ ਵੀ ਭੇਜਿਆ ਪਹਿਲੋਂ, ਤੇ ਸਾਨੂੰ ਫਿਰ ਉਹਨਾਂ ਨੇ ਨਾਭੇ ਜੇਲ੍ਹ 'ਚ ਟਰਾਂਸਫਰ ਕਰ ਦਿੱਤਾ। ਤੇ ਨਾਭਾ ਜੇਲ੍ਹ 'ਚ ਭਗਵਾਨ ਜੀ ਕਿੰਨਾ ਦੇਰ ਰਹਿੰਦੇ ਹੋ, ਤੇ ਕਿੰਨੇ ਦੇਰ ਬਾਅਦ ਰਿਹਾਈ ਹੁੰਦੀ ਹੈ, ਕਦੋਂ ਵਾਪਸ ਨਿਕਲਦੇ ਹੋ? ਨਹੀਂ, ਨਾਭੇ ਜੇਲ੍ਹ 'ਚ ਅਸੀਂ ਰਹੇ 6 ਮਹੀਨੇ, ਨਾਭਾ ਜੇਲ੍ਹ 'ਚ ਰਹੇ ਅਸੀਂ। ਇੱਥੋਂ ਫਿਰ ਸਾਨੂੰ ਉਹਨਾਂ ਨੇ ਜੋਧਪੁਰ ਜਾਣ ਦਾ ਆਦੇਸ਼ ਦਿੱਤਾ ਕਿ ਜਿਹਨਾਂ ਜੋਧਪੁਰ ਖੜਨਾ। ਸਾਡੇ ਮੂੰਹ ਤੋਂ ਉਹਨਾਂ ਨੇ ਉਹ ਕਾਲੇ ਨਾਭਾ ਜੇਲ੍ਹ 'ਚ ਸਾਡੀ ਪੁੱਛਗਿੱਛ ਹੁੰਦੀ ਆ ਪਹਿਲੋਂ, ਕੱਲੇ ਕੱਲੇ ਬੰਦੇ ਦੀ। ਕਈਆਂ ਬੰਦਿਆਂ ਨੂੰ ਲੱਦਾ ਕੋਠੀ ਖੜਿਆ ਜਾਂਦਾ, ਇੰਟੈਰੋਗੇਟ ਕੀਤਾ ਜਾਂਦਾ। ਫਿਰ ਸਾਨੂੰ ਇੱਕ ਪੈਨਲ ਬਣਦਾ ਵਾ ਜੱਜਾਂ ਦਾ, ਚੰਡੀਗੜ੍ਹ ਪੇਸ਼ ਕੀਤਾ ਜਾਂਦਾ ਵਾ। ਤੇ ਇੱਥੇ ਵੀ ਸਾਡੀ CBI ਹੀ, IB ਹੀ, ਬਹੁਤ ਏਜੰਸੀਆਂ ਸੀ ਜਿਹੜੀ ਕੱਲੇ ਕੱਲੇ ਬੰਦੇ ਦੀ ਪੁੱਛਗਿੱਛ ਕਰਦੀਆਂ ਨੇ। ਫਿਰ ਸਾਨੂੰ ਇਹ ਸਾਡੇ ਮੂੰਹ 'ਤੇ ਕਾਲੇ ਬੁਰਕੇ ਪਾ ਕੇ ਪਟਿਆਲੇ ਲੈ ਕੇ ਆਉਂਦੇ ਆ। ਪਟਿਆਲੇ ਤੋਂ ਬਾਈ ਏਅਰ ਸਾਨੂੰ ਸਾਡੇ ਹੱਥਕੜੀਆਂ ਲਾਈਆਂ ਸੀ, ਤੇ ਇੱਕ ਦੂਜੇ ਨਾਲ ਬੱਧਿਆ ਸੀ। ਤੇ ਉਹ ਸਾਨੂੰ ਅਨਾਉਂਸਮੈਂਟ ਕੀਤੀ ਜਾਂਦੀ, ਕਿਸੇ ਬੰਦੇ ਨੇ ਆਪਣੇ ਸਿਰ ਦੇ ਉੱਤੋਂ ਬੁਰਕਾ ਨਹੀਂ ਲਾਉਣਾ। ਅਗਰ ਬੁਰਕਾ ਲਾਇਆ ਤੇ ਸਾਡੇ ਕੋਲ ਜਹਾਜ਼ ਦੇ ਅੰਦਰ ਚਲਾਉਣ ਵਾਲੇ ਵੈਪਨ ਵੀ ਹੈਗੇ ਆ। ਸਾਨੂੰ ਅੰਦਰੋਂ ਹਾਸਾ ਆਉਣ ਡਿਆ ਸੀ ਕਿ ਵੈਪਨ ਉਹ ਜਿਹੇ ਹੁੰਦੇ ਨਹੀਂ ਗੇ ਕਿ ਜਿਹੜੇ ਇਹ ਚਲਾਉਣਗੇ ਤੇ ਜਹਾਜ਼ 'ਤੇ ਨੁਕਸਾਨ ਨਹੀਂ ਹੋਊਗਾ, ਪਰ ਅਸੀਂ ਕੀ ਬੋਲਣਾ ਸੀ ਅੱਗੋਂ। ਤੇ ਕਾਲੇ ਬੁਰਕੇ ਪਾਏ ਸੀ, ਤੇ ਉੱਥੇ ਏਅਰਪੋਰਟ 'ਤੇ ਲੈ ਕੇ ਜਾਂਦੇ ਆ ਜੋਧਪੁਰ। ਜੋਧਪੁਰ ਤੋਂ ਬੱਸਾਂ ਆਉਂਦੀਆਂ ਨੇ, ਉਦੋਂ ਤੱਕ ਸਾਨੂੰ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਆ, ਦੱਸਦੇ ਨਹੀਂ। ਤੇ ਅੰਦਰ ਜਦੋਂ ਜੇਲ੍ਹ 'ਚ ਅਸੀਂ ਵੜੇ, ਤੇ ਉੱਥੇ ਸਾਨੂੰ ਚੱਕੀਆਂ 'ਚ ਬੰਦ ਕਰਤਾ ਉਹਨਾਂ ਜਾ ਕੇ। 2-3 ਦਿਨ ਚੱਕੀਆਂ 'ਚ, ਫਿਰ ਉੱਥੇ ਸਾਡੇ ਨਾਂ ਨੂੰ ਲਿਖ ਕੇ, ਤੇ ਫਿਰ ਸਾਨੂੰ ਕੱਲੇ ਕੱਲਿਆਂ ਕਰਕੇ ਤੇ ਬੈਰਕਾਂ 'ਚ ਪਾਤਾ। 365 ਕੁ ਬੰਦੇ ਹੈਗੇ ਸਾਂ ਉੱਥੇ, ਜਿਹੜੇ ਜੋਧਪੁਰ ਜੇਲ੍ਹ ਦੇ ਵਿੱਚ ਹਾਂ। ਅੱਛਾ, ਕਿੰਨਾ ਸਮਾਂ ਟੋਟਲ ਫਿਰ ਤੁਸੀਂ ਜੇਲ੍ਹ 'ਚ ਰਹਿੰਦੇ ਹੋ, ਤੇ ਕਿੱਦਾਂ ਬਾਹਰ ਆਉਂਦੇ ਹੋ? ਅਸੀਂ 5 ਸਾਲ ਜੇਲ੍ਹ ਦੇ ਵਿੱਚ ਰਹੇ। ਉੱਥੇ ਅਦਾਲਤ ਲੱਗਦੀ ਆ ਜੇਲ੍ਹ ਦੇ ਵਿੱਚ। ਉੱਥੇ ਸਰਕਾਰ ਸਾਨੂੰ ਆਫਰ ਵੀ ਦਿੰਦੀ ਆ ਗੱਲਬਾਤ ਕਰਨ ਦੀ ਸਾਡੇ ਬੰਦਿਆਂ ਨੂੰ। ਬੰਦੇ ਸਾਡੇ ਦਿੱਲੀ ਵੀ ਜਾਂਦੇ ਆ, ਜਿਸ ਤਰ੍ਹਾਂ ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ ਜਨਰਲ ਸਕੱਤਰ ਸੀ। ਸੰਤਾਂ ਤੋਂ ਬਾਅਦ ਅਗਰ ਕੋਈ ਬੰਦਾ ਸਰਕਾਰ ਨਾਲ ਗੱਲਬਾਤ ਕਰਨ ਦੇ ਯੋਗ ਸੀ, ਉਹੀ ਹਰਮਿੰਦਰ ਸਿੰਘ ਸੰਧੂ। ਕਾਫੀ ਇੰਟੈਲੀਜੈਂਟ ਸੀ ਬੰਦਾ ਉਹ। ਤੇ ਉਹਨਾਂ ਨੂੰ ਦੱਸਦੇ, ਹਾਂ ਦੱਸੋ ਤੁਹਾਡੇ ਨਾਲ ਗੱਲਬਾਤ ਕਰਦੇ, ਕਿਉਂਕਿ ਅੱਗੇ ਗੁਹਾਟੀ ਵੀ ਉਹਨਾਂ ਨੇ ਗੱਲਬਾਤ ਕੀਤੀ ਪ੍ਰਫੁੱਲਤ ਮਹੰਤ ਹੋਣਾ ਨਾਲ, ਤੇ ਉੱਥੇ ਸਰਕਾਰ ਉਹਨਾਂ ਨੇ ਬਣਾਈ ਸੀ। ਆਪਣੇ ਬੰਦਿਆਂ ਦੀ ਇਹੋ ਮੰਗ ਸੀ ਕਿ ਸਾਨੂੰ ਰਿਹਾ ਕਰੋ। ਅਸੀਂ ਜਾ ਕੇ ਜਿਹੜੇ ਖਾੜਕੂ ਇਸ ਸਫਾ ਵਿੱਚ ਲੜ ਰਹੇ ਆ, ਸਾਨੂੰ 5 ਸਾਲ ਹੋ ਗਏ ਵਾ ਅੰਦਰ ਆਇਆਂ ਨੂੰ, ਸਾਨੂੰ ਬਾਹਰ ਦੇ ਮਾਹੌਲ ਬਾਰੇ ਕੁਛ ਪਤਾ ਨਹੀਂ। ਅਸੀਂ ਤੁਹਾਡੇ ਨਾਲ ਕਿਸ 'ਤੇ ਸੌਦਾ, ਉਹ ਸਾਡੇ ਨਾਲ ਸੌਦਾ ਕਰਨਾ ਚਾਹੁੰਦੇ ਸੀ, ਤੇ ਅਸੀਂ ਉਹਨਾਂ ਨਾਲ ਸੌਦਾ ਨਹੀਂ ਕਰਨਾ ਚਾਹੁੰਦੇ ਹਾਂ। ਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਬਾਹਰ ਅਸੀਂ ਆ ਕੇ ਮਤਲਬ ਕਿ ਝੂਠੇ ਹੋਈਏ ਜਾਂ ਸੌਦਾ ਉਹੋ ਜਿਹਾ ਕਰ ਬਈਏ ਜੇ ਬਾਹਰਲੇ ਬੰਦਿਆਂ ਨੂੰ ਮਨਜ਼ੂਰ ਨਾ ਹੋਵੇ। ਫਿਰ ਲੌਂਗੋਵਾਲ ਤੇ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਰਾਮੂਵਾਲੀਆ, ਜੇ ਖਜ਼ਾਨਾ ਮੰਤਰੀ ਸੀ, ਇਹ ਉਹਨਾਂ ਨਾਲ ਫਿਰ ਉਹ ਸੌਦਾ ਕਰ ਲੈਂਦੇ ਆ। ਤੇ ਇਹ ਸਾਡੇ ਨੂੰ ਜਿਸ ਤਰ੍ਹਾਂ ਅਸੀਂ ਸੌਦਾ ਨਹੀਂ ਕਰ ਰਹੇ ਹਾਂ,
ਉਹ ਉਹਨਾਂ ਨਾਲ ਸੌਦਾ ਕਰਕੇ ਤੇ ਪੰਜਾਬ ਦੇ ਵਿੱਚ ਝੂਠਾ ਇੱਕ ਵਾਅਦਾ ਕਰਵਾ ਕੇ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਲਾਂਗੇ, ਜੋ ਨਾ ਅੱਜ ਤੱਕ ਮਿਲਿਆ ਤੇ ਨਾ ਗਾਂ ਕਦੀ ਮਿਲਣਾ ਸਿੱਖਾਂ ਨੂੰ। ਸੋ ਜਿਹੜਾ ਵਾਅਦਾ ਕੀਤਾ ਸੀਗਾ ਉਹ ਵਾਅਦਾ ਚੰਗਾ ਨਹੀਂ ਸੀ। ਜਿਵੇਂ ਤੁਸੀਂ ਕਹਿੰਦੇ ਸੀ ਕਿ ਅਸੀਂ ਵਾਅਦਾ ਨਹੀਂ ਕਰਨਾ ਚਾਹੁੰਦੇ ਸੀਗੇ, ਅਸੀਂ ਜੋ ਇਹਨਾਂ ਨੇ ਵਾਅਦੇ ਕੀਤਾ ਉਹ ਵਾਅਦਾ ਐਕਚੁਅਲ 'ਚ ਕੀ ਸੀਗਾ, ਅਸਲ ਕੀ ਸੀਗਾ ਕਿ ਚੰਡੀਗੜ੍ਹ ਪੰਜਾਬ ਨੂੰ ਦਿਵਾਵਾਂਗੇ, ਇਹ ਵਾਅਦਾ ਸੀ? ਨਹੀਂ, ਚੰਡੀਗੜ੍ਹ ਪੰਜਾਬ ਨੂੰ ਦਿਵਾਵਾਂਗੇ ਤੁਸੀਂ ਚਾਹੁੰਦੇ ਕਿ ਉਹ ਤੇ ਪੰਜਾਬ 'ਚ ਸ਼ਾਂਤੀ ਕਿਸ ਤਰ੍ਹਾਂ ਹੋ ਸਕਦੀ ਹੈ। ਉਹ ਕਹਿੰਦੇ ਕਿ ਜੋ ਪਿੱਛੇ ਹੋਇਆ ਉਹ ਸਾਰਾ ਤੁਸੀਂ ਭੁੱਲ ਜਾਓ, ਕਿ ਉਹ ਜਿਹੜੇ ਅੰਦਰ ਸ਼ਹੀਦ ਹੋਏ ਨੇ, ਸੰਤ ਜਰਨੈਲ ਸਿੰਘ ਜੀ ਹੋਏ ਆ, ਆਪਣੇ ਭਾਈ ਅਮਰੀਕ ਸਿੰਘ ਜੀ, ਜਨਰਲ ਛਬੇਕ ਸਿੰਘ ਜੀ, 18 ਸਿੰਘ, 35.5 ਸਿੰਘ ਹੋਰ ਉੱਥੇ ਜਿਹੜੇ ਸਿੰਘ ਸ਼ਹੀਦ ਹੋਏ, ਛੋਟੇ ਛੋਟੇ ਬੱਚੇ ਮਾਰ ਦਿੱਤੇ, ਜਨਾਨੀਆਂ ਮਾਰ ਦਿੱਤੀਆਂ ਗਈਆਂ, ਅਕਾਲ ਤਖਤ ਢਾਹ ਦਿੱਤਾ ਗਿਆ ਸਾਡਾ, ਉਹਦੇ ਉੱਤੇ ਖੜ ਕੇ ਤੁਸੀਂ ਸੌਦਾ ਕਰ ਜਾਂਦੇ, ਇਹ ਕਿਸ ਤਰ੍ਹਾਂ ਮਨਜ਼ੂਰੀ ਸਾਨੂੰ? ਤੇ ਇਹਨਾਂ ਨੇ ਉਸ ਚੀਜ਼ ਉੱਤੇ ਸੌਦਾ ਕੀਤਾ ਵੀ ਹਾਂ ਵੀ ਅਸੀਂ ਭੁੱਲ ਗਏ ਹਾਂ, ਚਲੋ ਸਾਡੇ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਛੱਡ ਦਿਓ, ਇਹਦੇ ਉੱਤੇ ਸੌਦਾ ਹੋਇਆ? ਸੌਦਾ ਦੋ ਤਰ੍ਹਾਂ ਦੇ ਉੱਥੇ ਅੰਦਰ ਸੀ। ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਜਿਹੜੇ ਲੰਗਰ ਸਾਹਿਬ ਦੇ ਉੱਤੇ ਬੈਠੇ ਸਨ, ਦੂਜੇ ਪਾਸੇ ਮੰਜੀ ਹਾਲ ਤੇ ਆਪਣਾ ਜਿਹੜਾ ਹੈਗਾ ਵਾ ਉਹਨਾਂ ਦਾ ਜਿਹੜਾ ਸਮੁੰਦਰੀ ਹਾਲ ਆ ਅਕਾਲੀਆਂ ਕੋਲ ਸੀ। ਅਕਾਲੀ ਇਹ ਲੜਾਈ ਲੜ ਰਹੇ ਸੀ ਰਾਜਨੀਤਿਕ ਵਾਸਤੇ, ਰਾਜ ਲੈਣ ਵਾਸਤੇ, ਕਿ ਅਸੀਂ ਮਤਲਬ ਕਿ ਆਪਣੇ ਵਾਸਤੇ ਲੜ ਰਹੇ ਸੀ, ਉਹ ਅਸੀਂ ਪੰਥ ਵਾਸਤੇ ਲੜ ਰਹੇ ਸਾਂ। ਸਾਨੂੰ ਹੀ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਵਾ ਹੱਲ ਹੋ ਸਕੇ, ਇੱਥੇ ਕਿਤੇ ਵੀ ਕਿਸੇ ਬੀਬੀ ਦੀ, ਕਿਸੇ ਵੀ ਭੈਣ ਦੀ ਇੱਜ਼ਤ ਨੂੰ ਕੋਈ ਹੱਥ ਨਾ ਪਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋ ਸਕੇ। ਲੋਕਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸੰਤ ਉੱਥੇ ਪ੍ਰਚਾਰ ਕਰਦੇ ਸੀ, ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਕੇ ਕਿ ਤੁਸੀਂ ਦਾੜੀ ਕੇਸ ਰੱਖੋ, ਤੁਸੀਂ ਪੱਗਾਂ ਬੰਨੋ, ਤੁਸੀਂ ਨਸ਼ਾ ਛੱਡੋ। ਕੋਈ ਗਰੀਬ ਦੀ ਕੁੜੀ ਜਿਹੜੀ ਆ ਉਹ ਕਿਸੇ ਦਹੇਜ ਦੇ ਕਾਰਨ ਕਿਸੇ ਦਾ ਘਰ ਨਾ ਉਜਾੜ ਸਕਣ ਕੋਈ ਲੋਕੀ। ਸਾਡੀਆਂ ਇਹ ਉੱਥੇ ਇਹਨਾਂ ਨੂੰ ਇਹ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ। ਮੰਗਾਂ ਤੇ ਸਾਡੀਆਂ ਆਨੰਦਪੁਰ ਸਾਹਿਬ ਮਤੇ ਵਾਲੀਆਂ ਸੀ, ਮਤਲਬ 40-41 ਮੰਗਾਂ ਸੀ ਸਾਰੀਆਂ। ਅਸੀਂ ਤਾਂ ਆਰਥਿਕ ਮੰਗਾਂ ਸੀ, ਸਮਾਜਿਕ ਮੰਗਾਂ ਸੀ, ਧਾਰਮਿਕ ਮੰਗਾਂ ਸੀ ਸਾਰੀਆਂ, ਉਹ ਸਾਰੀਆਂ ਹੈਗੀਆਂ ਸੀ। ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤਾ। ਉਹ ਜਿਹੜੇ ਸੀ ਉਹ ਸਾਡੇ ਨਾਲ ਗੇਮ ਖੇਡ ਰਹੇ ਸੀ। ਅਸੀਂ ਚੈਲੰਜ ਸੈਂਟਰ ਸਰਕਾਰ ਨੂੰ ਕਰ ਰਹੇ ਹਾਂ ਤੇ ਜਿਹੜੇ ਸਾਡੇ ਨਾਲ ਦੇ ਬੰਦੇ ਸੀ ਉਹ ਸਾਨੂੰ ਪਿੱਛੋਂ ਦੀ ਮਾਰਨਾ ਚਾਹੁੰਦੇ ਸੀ, ਨਾਲ ਰਲੇ ਹੋਏ ਸੀ। ਜਿੰਨਾ ਚਿਰ ਅਕਾਲੀ ਇੱਥੋਂ ਹਰੀ ਝੰਡੀ ਨਾ ਦਿੰਦੇ ਦਰਬਾਰ ਸਾਹਿਬ ਦੇ ਵਿੱਚੋਂ, ਉਹਨਾਂ ਚਿਰ ਇੰਦਰਾ ਗਾਂਧੀ ਦੀ ਆ ਕਾਂਗਰਸ ਸਰਕਾਰ ਦੀ ਜੁਰਤ ਨਹੀਂ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਜਾਂਦੀ ਹੈ। ਤੁਹਾਡੇ ਕਹਿਣ ਦਾ ਮਤਲਬ ਹਰੀ ਝੰਡੀ ਇਹਨਾਂ ਵੱਲੋਂ ਦਿੱਤੀ ਗਈ ਹੈ, ਚਾਹੇ ਉਹ ਅਕਾਲੀ ਦਲ ਲੀਡਰਾਂ ਵੱਲੋਂ ਜਿਹੜੇ ਉਸ ਟਾਈਮ ਸੀਗੇ? ਨਹੀਂ, ਮੈਂ ਕੀ ਕਹਿਣਾ, ਤੁਹਾਡੇ ਕੋਲ ਸਬੂਤ ਆ, ਤੁਸੀਂ ਪੜ੍ਹੀਆਂ ਨਹੀਂ ਹੋਣੀਆਂ, ਚਿੱਠੀਆਂ ਪੜ੍ਹੀਆਂ ਹੋਣੀਆਂ ਮੀਡੀਆ ਵਾਲੇ ਜੇ, ਕਿ ਚਿੱਠੀਆਂ ਲਿਖੀਆਂ ਨਹੀਂ ਗਈਆਂ ਇਹਨਾਂ ਨੂੰ ਇੱਥੋਂ। ਕਦੀ ਵੀ ਉਹਨਾਂ ਨੇ ਸੰਤਾਂ ਦਾ ਬੰਦਾ ਨਾਲ ਖੜਿਆ ਉੱਥੇ ਗੱਲਬਾਤ ਕਰਨ ਵਾਸਤੇ ਇੰਦਰਾ ਗਾਂਧੀ ਨਾਲ? ਉੱਥੋਂ ਆ ਗੱਲ ਚਾਹ ਇਹ ਇੰਦਰਾ ਗਾਂਧੀ ਨਾਲ ਪੀਂਦੇ ਸੀ, ਔਰ ਸਾਨੂੰ ਕਹਿੰਦੇ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਕਾਂਗਰਸੀ ਆ। ਅਸੀਂ ਕਾਂਗਰਸੀ ਕਿਸ ਤਰ੍ਹਾਂ ਹੋ ਗਏ? ਫਿਰ ਸੰਤਾਂ ਨੂੰ ਇੰਨਾ ਮਤਲਬ ਕਿ ਜਦੋਂ ਉਹਨਾਂ ਨੇ ਐਕਸ਼ਨ ਕਰਨਾ ਸੀ ਤੇ ਰਿਐਕਸ਼ਨ ਤੇ ਸੰਤਾਂ ਨੇ ਅੱਗੋਂ ਦੇਣਾ ਸੀ ਨਾ, ਉਹਦਾ ਜਵਾਬ ਦੇਣਾ ਸੀ। ਫਿਰ ਸੰਤ ਕਹਿੰਦੇ ਕਿ ਮੈਂ ਕਾਂਗਰਸੀ ਕਿਸ ਤਰ੍ਹਾਂ ਹੋ ਗਿਆ? ਇਸ ਸੀਰੀਜ਼ ਉੱਤੇ ਮੈਂ ਹੋਰ ਵੀ ਸਵਾਲ ਜਵਾਬ ਕਰਦਾ ਰਹਾਂਗਾ, ਕਿਉਂਕਿ ਇਹ ਮੁੱਦਾ ਜਿਹੜਾ ਹੈ ਹੁਣ ਸਿਆਸਤ ਵੱਲ ਹੋ ਗਿਆ ਹੈ। ਮੈਂ ਅਗਲੀ ਇੰਟਰਵਿਊ ਵੀ ਭਗਵਾਨ ਸਿੰਘ ਹੁਣਾਂ ਨਾਲ ਕਰਾਂਗਾ ਔਰ ਇਸ ਮਸਲੇ ਨੂੰ ਅਸੀਂ ਪੂਰੀ ਤਰ੍ਹਾਂ ਖਗੋਲਾਂਗੇ। ਕੈਮਰਾਮੈਨ ਅਭੀ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ, ਟੀਵੀ ਪੰਜਾਬ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।